ਸੋ ਸਭ ਤੋਂ ਪਹਿਲਾਂ ਤਾਂ ਪਾਸਟਰ ਗੁਰਚੰਦ ਸਿੰਘ ਦੇ ਵੱਲੋਂ ਦੇਓ ਫੇਰ ਚਰਚ ਦੇ ਆਏ ਹੋਏ ਬਹੁਤ ਵੱਡੇ ਪਰਿਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਪ੍ਰਵਾਨ ਕਰਨੀ, ਤੁਹਾਨੂੰ ਸਭ ਨੂੰ ਜੈ ਮਸੀਹ ਦੀ। ਅੱਜ ਦਾ ਜਿਹੜਾ ਸਾਡਾ ਵਿਸ਼ੇਸ਼ ਟੌਪਿਕ ਹੈ, ਮੈਂ ਪੁੱਛਣਾ ਚਾਹੁੰਦਾ ਕਿ ਦਸਵਾਂਸ ਕਿੰਨੇ ਭੈਣ ਭਰਾ ਨੇ ਜਿਹੜੇ ਕੱਢਦੇ ਨੇ? ਸਾਰੇ ਹੱਥ ਨਾ ਖੜੇ ਕਰ ਲਿਓ, ਫਸ ਜਾਓਗੇ। ਝੂਠਾ ਹੱਥ ਨਾ ਖੜਾ ਕਰ ਲਿਓ, ਫਸ ਜਾਓਗੇ ਨਹੀਂ ਫਿਰ। ਬਾਕੀ ਨਹੀਂ ਕੱਢਦੇ। ਅੱਛਾ, ਮੈਂ ਅੱਜ ਪੁੱਛਣਾ ਚਾਹੁੰਦਾ ਵੀ ਦਸਵਾਂਸ ਕੱਢਣਾ ਵੀ ਚਾਹੀਦਾ ਜਾਂ ਨਹੀਂ? ਸਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਦਸਵਾਂਸ ਸਾਨੂੰ ਕੱਢਣਾ ਚਾਹੀਦਾ ਜਾਂ ਨਹੀਂ ਚਾਹੀਦਾ। ਬਹੁਤ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਜੀ ਯਿਸੂ ਮਸੀਹ ਨੇ ਸਾਰੀ ਵਿਵਸਥਾ ਨੂੰ ਕੈਂਸਲ ਕਰ ਦਿੱਤਾ, ਤਾਂ ਕਰਕੇ ਅਸੀਂ ਦਸਵਾਂਸ ਨਹੀਂ ਕੱਢਦੇ। ਵਿਵਸਥਾ ਤਾਂ ਮੂਸਾ ਦੇ ਸੰਤ ਮੋਜ਼ੇਸ ਦੇ ਸਮੇਂ ਪਰਮੇਸ਼ਵਰ ਨੇ ਦਿੱਤੀ ਸੀ ਉਹਨੂੰ, ਇਸ ਕਰਕੇ ਜਦੋਂ ਮੂਸਾ ਦੇ ਸਮੇਂ ਵਿਵਸਥਾ ਸੀ ਤੇ ਅੱਜ ਵੀ ਉਹੀ ਵਿਵਸਥਾ ਚੱਲੀ ਹੋਈ ਹੈ। ਇਸ ਕਰਕੇ ਅਸੀਂ ਨਹੀਂ ਦਿੰਦੇ। ਮੇਰੇ ਪਿਆਰਿਓ, ਮੈਂ ਤੁਹਾਡੇ ਨਾਲ ਅੱਜ ਕੁਝ ਵਚਨ ਨੇ ਜਿਹੜੇ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਦਸਵਾਂਸ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ। ਕਿੰਨੇ ਲੋਕ ਮੰਨਦੇ ਨੇ ਵਚਨ ਨੂੰ ਕਿ ਸਾਨੂੰ ਦਸਵਾਂਸ ਦੇਣਾ ਚਾਹੀਦਾ, ਕਿੰਨੇ ਲੋਕ ਮੰਨਦੇ ਨੇ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਸਾਨੂੰ ਕਲੀਅਰ ਹੋਣਾ ਚਾਹੀਦਾ। ਜ਼ਿਆਦਾਤਰ ਸਾਨੂੰ ਇਹੀ ਹੈ ਨੈਗੇਟਿਵਿਟੀ ਵੀ ਸਾਨੂੰ ਦੇਣਾ ਨਹੀਂ ਚਾਹੀਦਾ। ਪਰ ਜਦੋਂ ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ, ਉਤਪਤੀ ਦੀ ਕਿਤਾਬ ਉਹਦੀ 14 ਅਧਿਆਏ ਉਹਦੀ 18 ਤੇ 20 ਐ। ਹਾਲੇਲੂਇਆ ਹਾਲੇਲੂਇਆ। ਅਤੇ ਮਲਕੀਸਿਦਕ ਸਾਲੇਮ ਦਾ ਰਾਜਾ ਰੋਟੀ ਅਰ ਮੱਧ ਲੈ ਆਇਆ। ਉਹ ਅਤ ਮਹਾਪਰਮੇਸ਼ਰ ਦਾ ਜਾਜਕ ਸੀ। ਕੌਣ ਸੀ? ਹਾਲੇਲੂਇਆ। ਮਲਕੀਸਿਦਕ ਕੌਣ ਸੀ? ਜਾਜਕ ਸੀ ਪਰਮੇਸ਼ਰ ਦਾ। ਕੀ ਸੀ ਉਹ? ਪਰਮੇਸ਼ਰ ਦਾ ਜਾਜਕ। ਔਰ ਮੂਸਾ ਦੇ ਆਉਣ ਤੋਂ ਸਮੇਂ ਤੇ ਪਹਿਲਾਂ ਦੀਆਂ ਗੱਲਾਂ ਦੱਸ ਰਿਹਾ ਤੁਹਾਨੂੰ। ਮੂਸਾ ਦੇ ਆਉਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਕਿ ਜਦੋਂ ਮਲਕੀਸਿਦਕ ਜਿਹੜਾ ਜਾਜਕ ਸੀ ਪਰਮੇਸ਼ਵਰ ਦਾ, ਤੇ ਉਹ ਰੋਟੀ ਲੈ ਕੇ ਜਦੋਂ ਆਇਆ, ਅੱਗੇ ਬਚਨ ਪੜ੍ਹਦੇ ਹੋ। ਉਹ ਤਾਂ ਉਸਨੇ ਇਹ ਆ ਕੇ ਉਹਨੂੰ ਆਸ਼ੀਸ਼ ਦਿੱਤੀ। ਕਿਹਨੂੰ ਆਸ਼ੀਸ਼ ਦਿੱਤੀ? ਸੁਣਿਓ ਹੁਣ। ਕਿ ਅਤ ਮਹਾਪਰਮੇਸ਼ਰ ਆਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਹਮ ਮੁਬਾਰਕ ਹੋਵੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਮਲਕੀਸਿਦਕ ਨੇ ਕੀ ਕਿਹਾ? ਕਹਿੰਦਾ ਜਿਹੜਾ ਜਾਜਕ ਸੀ, ਉਹ ਜਾਜਕ ਕਹਿ ਰਿਹਾ, ਕਹਿੰਦਾ ਪਰਮੇਸ਼ਰ ਨੇ ਕਿਹਾ। ਉਹ ਜਾਜਕ ਬੋਲ ਰਿਹਾ ਕਿਹਨੂੰ? ਅਬਰਾਹਮ ਨੂੰ। ਕਹਿੰਦਾ ਪਰਮੇਸ਼ਰ ਨੇ ਕਿਹਾ ਧਰਤੀ ਤੇ ਆਕਾਸ਼ ਦਾ ਮਾਲਿਕ ਅਬਰਾਹਮ ਮੁਬਾਰਕ ਹੋਵੇ। ਹਾਲੇਲੂਇਆ ਹਾਲੇਲੂਇਆ। ਕਿਹਦਾ ਅਧਿਕਾਰੀ ਬਣਾ ਦਿੱਤਾ ਅਬਰਾਹਮ ਨੂੰ? ਧਰਤੀ ਦਾ ਵੀ ਤੇ ਆਕਾਸ਼ ਦਾ ਵੀ। ਕਿਹਨੇ? ਮਲਕੀਸਿਦਕ ਨੇ। ਜੀ ਮਲਕੀਸਿਦਕ ਬਾਰੇ ਪੁੱਛੋਗੇ ਤਾਂ ਬਹੁਤ ਲੰਬਾ ਚੈਪਟਰ ਚਲਾ ਜਾਊਗਾ। ਮੈਂ ਤੁਹਾਨੂੰ ਦੱਸੂਗਾ ਮਲਕੀਸਿਦਕ ਵੀ ਪਹਿਲਾ ਯਿਸੂ ਮਸੀਹ ਸੀ। ਹਾਲੇਲੂਇਆ। ਕੀ ਸੀ ਉਹ? ਪਹਿਲਾ ਯਿਸੂ ਮਸੀਹ ਸੀ ਮਲਕੀਸਿਦਕ। ਤਾਂ ਅਬਰਾਹਮ, ਅੱਗੇ ਪੜ੍ਹ ਦੋ ਬੇਟਾ ਬਚਨ। ਉਹ ਤੇ ਮੁਬਾਰਕ ਹੈ ਅਤ ਮਹਾਪਰਮੇਸ਼ਰ, ਹਾਂ, ਜਿਸਨੇ ਤੇਰੇ ਵੈਰੀਆਂ ਨੂੰ ਤੇਰੇ ਬਸ ਵਿੱਚ ਕਰ ਦਿੱਤਾ ਹੈ। ਹਾਂ, ਪਰਮੇਸ਼ਰ ਕਹਿ ਰਿਹਾ, ਕਹਿੰਦਾ ਦੇਖ ਅਬਰਾਹਮ, ਤੈਨੂੰ ਧਰਤੀ ਤੇ ਆਕਾਸ਼ ਦਾ ਬਾਰਿਸ਼ ਬਣਾ ਦਿੱਤਾ ਗਿਆ ਔਰ ਸਭ ਕੁਝ ਤੇਰੇ ਬਸ ਵਿੱਚ ਕਰ ਦਿੱਤਾ ਗਿਆ। ਅੱਗੇ ਤਾਂ ਉਸਨੇ ਉਹਨੂੰ ਸਭ ਕਾਸੇ ਦਾ ਦਸਵਾਂਸ ਦਿੱਤਾ। ਹਾਲੇਲੂਇਆ। ਕੀ ਦਿੱਤਾ ਫਿਰ ਉਹਨੇ? ਹੁਣ ਮਲਕੀਸਿਦਕ ਇੱਕ ਜਾਜਕ ਸੀ। ਧਿਆਨ ਨਾਲ ਸੁਣੋ, ਮੇਰੀ ਗੱਲ ਨੂੰ ਸਮਝਿਓ। ਹੁਣ ਮਲਕੀਸਿਦਕ ਇੱਕ ਜਾਜਕ ਸੀ। ਉਹ ਜਾਜਕ ਕੀ ਕਹਿ ਰਿਹਾ? ਅਬਰਾਹਮ ਨੂੰ ਕਹਿੰਦਾ ਦੇਖ
ਧੰਨ ਹੈ ਪਰਮੇਸ਼ਵਰ ਜਿਨੇ ਤੈਨੂੰ ਆਕਾਸ਼ ਤੇ ਧਰਤੀ ਦਾ ਮਾਲਕ ਬਣਾ ਦਿੱਤਾ ਔਰ ਤੇਰੀਆਂ ਹਰੇਕ ਲੋੜਾਂ ਜ਼ਰੂਰਤਾਂ ਨੂੰ ਉਹਨੇ ਪੂਰਾ ਕੀਤਾ ਔਰ ਤੇਰੇ ਨਾਲ ਪਰਮੇਸ਼ਵਰ ਖੜਾ ਹੈ ਔਰ ਤੈਨੂੰ ਉਹਨੇ ਆਪਣੀ ਮਿਰਾਸ ਦਾ ਵੀ ਪ੍ਰਧਾਨ ਬਣਾ ਦਿੱਤਾ। ਫਿਰ ਅਬਰਾਹਮ ਕੀ ਕਹਿੰਦਾ? ਕਹਿੰਦਾ ਦੇਖੋ ਜੋ ਮੇਰੇ ਕੋਲ ਆ ਹੁਣ ਮੈਂ ਉਹਦਾ ਦਸਵਾਂਸ ਤੁਹਾਨੂੰ ਦੇਵਾਂਗਾ। ਕਿਹਨੂੰ ਦੇਵੇਗਾ? ਮਲਕੇ ਸਿਦਕ ਨੂੰ, ਜਿਹੜਾ ਪਹਿਲਾ ਪ੍ਰਭੂ ਯਿਸੂ ਮਸੀਹ ਬਣ ਕੇ ਧਰਤੀ ਦੇ ਉੱਤੇ ਪੈਦਾ ਹੋਏ ਸੀ। ਉਸ ਤੋਂ 400 ਸਾਲ ਬਾਅਦ ਫਿਰ मूसा ਦਾ ਜਨਮ ਹੋਇਆ। ਫਿਰ ਵਿਵਸਥਾ ਲਿਖੀ ਗਈ ਹੈ। ਨਾ ਪਹਿਲਾ ਵਿਵਸਥਾ ਸੀ ਨਾ ਜਦੋਂ ਪਹਿਲਾ ਯਿਸੂ ਸੀ ਮਲਕੇ ਸਿਦਕ, ਨਾ ਉਦੋਂ ਵਿਵਸਥਾ ਸੀ ਜਦੋਂ ਨਵੇਂ ਨੇਮ 'ਚ ਯਿਸੂ ਪੈਦਾ ਹੋਏ ਨੇ, ਨਾ ਉਦੋਂ ਵਿਵਸਥਾ ਹੈ। ਸਮਝਣਾ ਬਸ ਇਸ ਗੱਲ ਨੂੰ। ਜਦੋਂ ਪਰਮੇਸ਼ਵਰ ਨੇ ਸਭ ਕੁਝ ਸਭ ਕਾਹੇ ਦਾ ਅਧਿਕਾਰੀ ਬਣਾ ਦਿੱਤਾ ਅਬਰਾਹਮ ਨੂੰ, ਫਿਰ ਉਹਨੇ ਦਸਵਾਂਸ ਕੱਢਣਾ ਸ਼ੁਰੂ ਕੀਤਾ। ਫਿਰ ਉਹਨੇ ਇੱਕ ਚੀਜ਼ ਦਾ ਦਸਵਾਂਸ ਨਹੀਂ, ਫਿਰ ਮਲਕੇ ਸਿਦਕ ਨੂੰ ਸਭ ਕਾਸੇ ਦਾ ਦਸਵਾਂਸ ਦਿੱਤਾ। ਕਾਹਦਾ ਦਸਵਾਂਸ ਦਿੱਤਾ? ਬੋਲੋ। ਸਭ ਕਾਸੇ ਦਾ। ਪਰਮੇਸ਼ਵਰ ਨੇ ਅਬਰਾਹਮ ਨੂੰ ਇਸ ਕਰਕੇ ਚੁਣਿਆ ਸੀ ਕਿ ਉਹ ਮੇਰੇ ਵਰਗਾ ਹੋ ਜਾਵੇ। ਕਿਹਦੇ ਵਰਗਾ? ਕਿ ਉਹ ਮੇਰੇ ਵਰਗਾ ਹੋਵੇ। ਜਦੋਂ ਪਰਮੇਸ਼ਵਰ ਜੀ ਨੇ ਇਨਸਾਨ ਨੂੰ ਬਣਾਇਆ ਸੀ ਤਾਂ ਕਿਸ ਸਰੂਪ ਤੇ ਬਣਾਇਆ ਸੀ ਦੱਸੋ? ਆਪਣੇ ਵਰਗਾ ਬਣਾਇਆ ਸੀ ਨਾ। ਔਰ ਮਿੱਟੀ ਲਈ ਸੀ, ਮਿੱਟੀ ਬਣਾਈ ਤੇ ਉਹਨੇ ਆਪਣੇ ਸਾਹ ਉਸ ਮਿੱਟੀ 'ਚ ਪਾਏ ਤੇ ਬੰਦਾ ਜਿਉਂਦੀ ਜਾਨ ਹੋ ਗਿਆ। ਉਹਨੇ ਇਨਸਾਨ ਨੂੰ ਆਪਣੇ ਵਰਗਾ ਇਸ ਲਈ ਬਣਾਇਆ ਕਿ ਦੇਖ ਤੂੰ ਹਮੇਸ਼ਾ ਦੇ ਲਈ ਵੰਡਣ ਵਾਲਾ ਬਣ। ਕੀ ਬਣ? ਹਮੇਸ਼ਾ ਲਈ। ਸਾਡੀਆਂ ਲੋੜਾਂ ਜ਼ਰੂਰਤਾਂ ਨੂੰ ਕੌਣ ਪੂਰਾ ਕਰਦਾ? ਬੋਲੋ। ਪਰਮੇਸ਼ਵਰ ਕਰਦਾ ਨਾ। ਤੇ ਫਿਰ ਉਸ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ ਕਿ ਨਹੀਂ? ਤੇ ਫਿਰ ਸਾਨੂੰ ਮੰਗਣ ਵਾਲੇ ਬਣਾਇਆ ਜਾਂ ਵੰਡਣ ਵਾਲੇ? ਬੋਲੋ। ਹਾਲੇਲੂਇਆ। ਮੈਨੂੰ ਲੱਗਦਾ ਤੁਹਾਨੂੰ ਵਚਨ ਸਮਝ ਆ ਰਿਹਾ? ਸਭ ਨੂੰ ਸਮਝ ਆ ਰਿਹਾ? ਨਹੀਂ ਫਿਰ ਮੈਂ ਹੋਰ ਸੌਖੇ ਤਰੀਕੇ ਦੇ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ। ਪਰਮੇਸ਼ਵਰ ਜੀ ਨੇ ਅਬਰਾਹਮ ਨੂੰ ਵੀ ਆਪਣੇ ਸਰੂਪ ਤੇ ਬਣਾਇਆ ਸੀ ਤੇ ਤੁਹਾਨੂੰ ਵੀ ਆਪਣੇ ਸਰੂਪ ਤੇ ਬਣਾਇਆ। ਕਿਉਂ ਬਣਾਇਆ? ਕਿ ਜੇ ਪਰਮੇਸ਼ਵਰ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦਾ ਤਾਂ ਸਾਨੂੰ ਵੀ ਕਿਸੇ ਦੀ ਲੋੜ ਜ਼ਰੂਰਤ ਨੂੰ ਪੂਰਾ ਕਰਨਾ ਪਏਗਾ। ਜੀ ਪਰਮੇਸ਼ਵਰ ਦਾ ਪੁੱਤਰ ਅਬਰਾਹਮ ਮਲਕੇ ਸਿਦਕ ਨੂੰ ਦਸਵਾਂਸ ਦੇਣ ਜਾ ਰਿਹਾ ਹੈ। ਕਿਉਂ? ਕਿਉਂਕਿ ਉਹ ਜਾਜਕ ਸੀ ਤਾਂ ਦਸਵਾਂਸ ਦੇਣ ਗਿਆ। ਅੱਜ ਇਹ ਜਾਜਕ ਵੀ ਤੁਹਾਡੇ ਸਾਹਮਣੇ ਖੜਾ ਹੋ ਕੇ ਕਹਿ ਰਿਹਾ ਹੈ ਕਿ ਅੱਜ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲਓ ਤੇ ਬਚਾਏ ਜਾਓਗੇ, ਪਾਪਾਂ ਤੋਂ ਤੌਬਾ ਕਰੋ। ਤਾਂ ਤੁਹਾਡਾ ਖਾਦਮ ਕੌਣ ਹੋਇਆ? ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਨੇ ਕਿਹਾ ਕਿ ਜਿਹੜੇ ਮੇਰੇ ਸਰੂਪ ਤੇ ਨੇ ਉਹ ਮੇਰੇ ਜਿਹੇ ਕੰਮ ਕਰਨ। ਕੀ ਕਰਨ? ਅਸੀਂ ਕਰਦੇ ਉਹਦੇ ਜਿਹੇ ਕੰਮ। ਅਬਰਾਹਮ ਨੇ ਤਾਂ ਆਪਣੇ ਪੁੱਤਰ ਦਾ ਵੀ ਦਸਵਾਂਸ ਦਿੱਤਾ ਸੀ। ਜਦੋਂ ਪਰਮੇਸ਼ਰ ਨੂੰ ਪਰਖ ਕੇ ਦੇਖਣ ਲੱਗਿਆ ਸੀ, ਕਹਿੰਦਾ ਅਬਰਾਹਮ ਜਿਹੜਾ ਤੈਨੂੰ 99 ਸਾਲ ਦੀ ਉਮਰ 'ਚ ਮੈਨੇ ਬੇਟਾ ਦਿੱਤਾ ਨਾ, ਇਹਨੂੰ ਜਾ ਕੇ ਉੱਥੇ ਆਹਾਬ ਦੀ ਪਹਾੜੀ ਤੇ ਮੇਰੇ ਲਈ ਬਲੀ ਕਰ। ਉਹ ਫਿਰ ਅਬਰਾਹਮ ਨੇ ਕੀ ਕੀਤਾ? ਨਾ ਨਹੀਂ ਕੀਤੀ। ਉਹਨੇ ਪਰਮੇਸ਼ਰ ਦੀ ਗੱਲ ਨੂੰ ਮੰਨਿਆ। ਪਰਮੇਸ਼ਰ ਦੀ ਗੱਲ ਮੰਨ ਕੇ ਉਹਨੇ ਗਧੀ ਤੇ ਲੱਕੜਾਂ ਰੱਖੀਆਂ ਤੇ ਆਪਣੇ ਬੱਚੇ ਨੂੰ ਨਾਲ ਲਿਆ ਤੇ ਖੰਜਰ ਨਾਲ ਲਿਆ। ਤੇ ਜਦੋਂ ਉਹਨੂੰ ਲੱਕੜਾਂ ਤੇ ਪਾਉਣ ਤੋਂ ਪਹਿਲਾਂ ਜਦੋਂ ਤੁਰੇ ਜਾਂਦੇ ਸੀ ਤਾਂ ਉਹਦਾ ਛੋਟਾ ਬੇਟਾ ਪੁੱਛਦਾ ਅਬਰਾਹਮ ਦਾ ਜਿਹੜਾ ਹੋਇਆ ਸੀ, ਕਹਿੰਦਾ ਪਾਪਾ ਆਪਾਂ ਬਲੀ ਕਿਹਦੀ ਦੇਣ ਚੱਲੇ ਆ? ਹੁਣ ਅਬਰਾਹਮ ਇਹ ਤਾਂ ਕਹਿਣ ਲੱਗਿਆ ਸੀ ਮੈਂ ਤੇਰੀ ਗਰਦਨ ਵੱਢੂ। ਸਾਡੀ ਔਲਾਦ ਤੇ ਕੋਈ ਥੱਪੜ ਵੀ ਮਾਰ ਜਾਵੇ ਤਾਂ ਅਸੀਂ ਸਾਹਮਣੇ ਵਾਲੇ ਨੂੰ ਮਾਰਨ ਤੱਕ ਪਹੁੰਚਦੇ ਆ। ਉਹ ਪਰਮੇਸ਼ਵਰ ਨੇ ਉਹਨੂੰ ਮਾਰਨ ਦੇ ਲਈ ਕਿਹਾ ਸੀ। ਉਹਨੇ ਆਪਣੇ ਪੁੱਤਰ ਦੀ ਵੀ ਪਰਵਾਹ ਨਹੀਂ ਕੀਤੀ। ਉਹ ਜਦੋਂ ਉਹਦੀਆਂ ਅੱਖਾਂ ਪੱਟੀ ਬੰਨ ਕੇ ਉਹਨੂੰ ਲੱਕੜਾਂ ਦੇ ਉੱਤੇ ਲਟਾ ਕੇ ਜਦੋਂ ਚਾਕੂ ਲੱਗਿਆ ਫੇਰਨ ਤਾਂ ਆਕਾਸ਼ ਖੁੱਲ ਗਿਆ। ਕਹਿੰਦਾ ਅਬਰਾਹਮ ਮੈਂ ਤੈਨੂੰ ਦੇਖਣਾ ਚਾਹੁੰਦਾ ਸੀ।
ਉਹ ਮੈਂ ਤੈਨੂੰ ਦੇਖਣਾ ਚਾਹੁੰਦਾ ਸੀ, ਤੂੰ ਮੇਰੇ ਲਈ ਆਪਣੇ ਧਨ ਦੌਲਤ ਮਾਲ ਡੰਗਰ ਪਸ਼ੂਆਂ ਨੂੰ ਆਪਣੀ ਔਲਾਦ ਨੂੰ ਪਿਆਰ ਕਰਦਾ ਹੈ ਜਾਂ ਤੂੰ ਮੈਨੂੰ ਪਿਆਰ ਕਰਦਾ ਹੈ। ਅਬਰਾਹਮ ਸਮਝ ਚੁੱਕਿਆ ਸੀ ਕਿ ਮੇਰਾ ਪਰਮੇਸ਼ਰ ਜੇਕਰ ਮੈਨੂੰ 99 ਸਾਲ ਦੀ ਉਮਰ 'ਚ ਬੇਟਾ ਦੇ ਸਕਦਾ ਤਾਂ ਉਹਨੂੰ ਜਿੰਦਾ ਵੀ ਰੱਖੇਗਾ। ਤੁਹਾਨੂੰ ਹੋਰ ਬਲੀ ਜਦੋਂ ਦੇਣੀ ਸੀ ਤਾਂ ਸਾਹਮਣੇ ਝਾੜਾਂ ਦੇ ਵਿੱਚ ਇੱਕ ਮੇਮਣਾ ਫਸਿਆ ਹੋਇਆ ਸੀ, ਇੱਕ ਭੇਡੂ ਫਸਿਆ ਹੋਇਆ ਸੀ, ਉਹ ਕੱਢ ਕੇ ਤੇ ਉਹਦੀ ਬਲੀ ਦਿੱਤੀ ਆਪਣੇ ਬੇਟੇ ਦੀ ਜਗ੍ਹਾ ਤੇ। ਪ੍ਰਬੰਧ ਕੀਤਾ ਪਰਮੇਸ਼ਰ ਨੇ ਬਲੀ ਦਾ ਵੀ। ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਅੱਗੇ? ਲੇਵੀਆਂ ਦੀ ਕਿਤਾਬ ਪੜ੍ਹ ਦਿਓ ਬੇਟਾ, 27 ਦੀ 30 ਐਤ ਪੜ੍ਹ ਦਿਓ। ਅਤੇ ਧਰਤੀ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ ਬੀਜ ਦਾ, ਭਾਵੇਂ ਵਿਸ਼ਾਂ ਦੇ ਫਲਾਂ ਦਾ ਹੋਵੇ, ਸੋ ਯਹੋਵਾ ਦਾ ਹੈ। ਹਾਲੇਲੂਇਆ। ਕਿਹਦਾ ਹੈ? ਯਹੋਵਾ ਦਾ। ਦੁਬਾਰੇ ਪੜ੍ਹ ਦੇ ਬੇਟਾ, ਹੁਣ ਵਚਨ ਹੈ। ਅਤੇ ਕਲਾਸ ਲੱਗੂਗੀ ਚੰਗੀ ਅੱਜ। ਅਤੇ ਧਰਤੀ ਦਾ ਸਾਰਾ ਦਸਵੰਧ। ਧਰਤੀ ਦਾ ਸਾਰਾ ਦਸਵੰਧ, ਸਾਰੇ ਦਾ ਮਤਲਬ ਕੀ ਹੁੰਦਾ ਹੈ? ਕਿ ਇੱਕ ਚੀਜ਼ ਦਾ ਦਸਵੰਧ ਕਿਹਾ ਗਿਆ ਪਰਮੇਸ਼ਰ ਨੇ ਇਸ ਜਗ੍ਹਾ ਤੇ, ਕਿ ਸਾਰੀਆਂ ਚੀਜ਼ਾਂ ਦਾ ਦਸਵੰਧ। ਰਸੋਈ ਦੇ ਸਮਾਨ ਦਾ ਦਸਵੰਧ ਕੌਣ ਕੌਣ ਕੱਢਦਾ? ਹੱਥ ਖੜੇ ਕਰਿਓ ਜਰਾ। ਇੱਕ ਦੋ ਪਰਿਵਾਰ ਨੇ। ਪੈਸੇ ਦਾ ਦਸਵੰਧ ਕੌਣ ਕੌਣ ਕੱਢਦਾ ਦੱਸਿਓ ਜਰਾ। 10 ਕੁ ਪਰਿਵਾਰ ਨੇ। ਪੈਸੇ ਤੋਂ ਬਿਨਾ ਹੋਰ ਕਾਸੇ ਦਾ ਦਸਵੰਧ ਕੌਣ ਕੌਣ ਕੱਢਦਾ? ਉਹ ਕੋਈ ਵੀ ਨਹੀਂ ਹੈ। ਤਾਂ ਫਿਰ ਸਾਨੂੰ ਕਿੱਦਾਂ ਬਲੇਸਿੰਗ ਮਿਲ ਜਾਣਗੀਆਂ? ਹੁਣ ਇੱਥੇ ਧਰਤੀ ਦਾ ਸਾਰਾ ਦਸਵੰਧ ਕਿਹਾ ਗਿਆ। ਹੁਣ ਸਾਰਾ ਦਸਵੰਧ ਦਾ ਮਤਲਬ ਇਹ ਹੈ ਜਿਨ੍ਹਾਂ ਦੇ ਕੋਲ ਪ੍ਰਾਪਰਟੀ ਹੈ, ਜਿਨ੍ਹਾਂ ਦੇ ਕੋਲ ਜ਼ਮੀਨ ਹੈ, ਜਾਇਦਾਦ ਹੈ, ਔਰ ਕਣਕ ਤੇ ਝੋਨਾ ਲਗਾਉਂਦੇ ਨੇ ਜਿਹੜੇ ਹਰ ਸਾਲ, ਉਹ ਹੁਣ ਕਿੱਲੇ ਦੀ ਕਣਕ ਜਾਂ ਕਿੱਲੇ ਦੀ ਜੀਰੀ ਜਾਂ 40,000 ਦੀ ਨਿਕਲਦੀ ਹੈ ਜਾਂ 50,000 ਦੀ ਨਿਕਲਦੀ ਹੈ, ਕਿ ਉਹਦਾ ਅਸੀਂ 10ਵਾਂ ਹਿੱਸਾ ਭੇਜਿਆ ਰੱਬ ਦੇ ਘਰ? ਨਹੀਂ। ਕਿੱਲੇ 7-8 ਨੇ, ਲੇਕਿਨ ਇੱਕ ਛੋਟਾ ਜਿਹਾ ਥੈਲਾ ਤੁਹਾਡਾ ਆਂਦਾ ਚਰਚ ਦੇ ਵਿੱਚ ਕਿ ਲਓ ਪਾਸਟਰ ਜੀ ਆਹ ਮੇਰਾ ਦਸਵਾਂਸ ਹੈ। ਇਹ ਕਿਹਦੇ ਨਾਲ ਦਿੱਤਾ? ਰੱਜ ਨਾਲ ਦਿੱਤਾ, ਲਚਾਰੀ ਨਾਲ ਦਿੱਤਾ। ਪਰਮੇਸ਼ਰ ਉਹਨੂੰ ਪਿਆਰ ਕਰਦਾ ਹੈ ਜਿਹੜਾ ਖੁਸ਼ੀ ਦੇ ਨਾਲ ਬੀਜ ਬੀਜਣ ਵਾਲਾ ਹੋਵੇ। ਹਾਲੇਲੂਇਆ। ਕਿਹਨੂੰ ਪਿਆਰ ਕਰਦਾ? ਜਿਹੜਾ ਖੁਸ਼ੀ। ਕਾਇਨ ਤੇ ਹਵਲ ਦੀ ਕਹਾਣੀ ਨੂੰ ਪੜ੍ਹ ਲਿਓ ਜਾ ਕੇ। ਹਵਲ ਮਾਲ ਡੰਗਰ ਪਸ਼ੂਆਂ ਨੂੰ ਚਰਾਉਂਦਾ ਸੀ, ਉਹਨੇ ਸਭ ਤੋਂ ਸੁੰਦਰ ਬੱਚਾ ਲਿਆ। ਜਦੋਂ ਯਹੋਵਾ ਨੂੰ ਦੇਣਾ ਸੀ ਤਾਂ ਪਵਿੱਤਰ ਆਤਮਾ ਆਇਆ, ਉਹਦੇ ਬੱਚੇ ਨੂੰ ਉਠਾ ਕੇ ਲੈ ਗਿਆ ਜਿਹੜਾ ਉਹਨੇ ਅਰਪਣ ਕੀਤਾ ਸੀ। ਜਦੋਂ ਕਾਇਨ ਦੀ ਵਾਰੀ ਆਈ, ਕਾਇਨ ਖੇਤੀਬਾੜੀ ਕਰਦਾ ਸੀ, ਉਹਨੇ ਜਦੋਂ ਟਾਂਡੇ 4 ਟਾਂਡੇ ਵੱਢੇ ਤੇ ਉਹ ਲੈ ਗਿਆ ਜਦੋਂ ਪਵਿੱਤਰ ਆਤਮਾ ਦੇ ਸਾਹਮਣੇ, ਤਾਂ ਪਵਿੱਤਰ ਆਤਮਾ ਉਤਰਿਆ ਨਹੀਂ ਉਹਦੇ ਟਾਂਡੇ ਲੈਣ। ਕਿਉਂ? ਕਿਉਂਕਿ ਉਹਨੇ ਰੰਜ ਨਾਲ ਦਿੱਤੇ ਸੀ। ਕਿਹਦੇ ਨਾਲ? ਜਦੋਂ ਪਰਮੇਸ਼ਰ ਦਾ ਵਚਨ ਇੱਥੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ, ਤੁਸੀਂ ਮੇਰੀ ਗੱਲ ਨੂੰ ਮੰਨਣਾ ਜਾਂ ਵਚਨ ਨੂੰ ਮੰਨਣਾ? ਵਚਨ ਨੂੰ ਮੰਨਣ ਦੇ ਲਈ ਕੌਣ ਕੌਣ ਸਹਿਮਤ ਨੇ ਕਿ ਇਹ ਮੈਂ ਹੁਣ ਆਪਣੇ ਲੋਗੋਂ ਪੜ੍ਹ ਰਿਹਾ? ਜੋ ਬਾਈਬਲ ਦੇ ਵਿੱਚ ਬਿਆਨ ਨੇ ਗੱਲਾਂ, ਉਹ ਤੁਹਾਡੇ ਸਾਹਮਣੇ ਬਿਆਨ ਕੀਤੀਆਂ ਜਾ ਰਹੀਆਂ ਨੇ। ਪੜ੍ਹਦੇ ਬੇਟਾ ਦੁਬਾਰਾ। ਅਤੇ ਧਰਤੀ ਦਾ ਸਾਰਾ ਦਸਵੰਧ। ਧਰਤੀ ਦਾ ਸਾਰਾ ਦਸਵੰਧ, ਸਾਰੇ ਦਾ ਮਤਲਬ ਸਾਰਾ, ਚਾਹੇ ਤੁਹਾਡੇ ਮਾਲ ਡੰਗਰ ਪਸ਼ੂ ਨੇ। ਜੇ 10 ਪਸ਼ੂ ਨੇ ਤਾਂ ਇੱਕ ਪਸ਼ੂ ਯਹੋਵਾ ਦੇ ਲਈ ਰੱਖਣਾ ਹੈ। ਜੇ 10 ਕਿੱਲੇ ਨੇ ਤਾਂ 1 ਕਿੱਲੇ ਦੀ ਉਪਜ ਯਹੋਵਾ ਲਈ ਰੱਖਣੀ ਹੈ। ਜੇ 10 ਕਰੋੜ ਹੈ ਤਾਂ 1 ਕਰੋੜ ਯਹੋਵਾ ਲਈ ਰੱਖਣਾ। ਬਹੁਤ ਵੱਡੀ ਗੱਲ ਕਹਿਦੀ ਮੈਂ। ਯਹੋਵਾ ਲਈ ਸਾਡੇ ਲਵੇ ਇੱਕ ਨੋਟ ਹੁੰਦਾ 10 ਵਾਲਾ, ਉਹ ਵੀ ਫਟਿਆ ਜਾ, ਉਹ ਵੀ 36 ਤਹਿ ਲਾ ਕੇ ਵਿੱਚ ਘਸੋਇਆ ਹੁੰਦਾ ਹੈ। ਹਾਲੇਲੂਇਆ। ਅੱਜ ਦਾ ਵਚਨ ਬਹੁਤ ਕੜਵਾ ਹੈ। ਜਿਹੜੇ ਚੱਲਣਗੇ ਉਹ ਬਚਣਗੇ ਯਿਸੂ ਨਾਸਰੀ ਦੇ ਨਾਮ ਦੇ ਵਿੱਚ। ਤਾੜੀ ਲਗਾਓ ਇੱਕ ਵਾਰੀ। ਹਾਲੇਲੂਇਆ। ਮੈਂ ਕੱਲ ਨਾਭੇ ਗਿਆ ਸੀ ਤੇ ਫੌਜੀ ਸਾਹਿਬ ਦੇ ਘਰ ਗਿਆ ਤਾਂ ਫੌਜੀ ਸਾਹਿਬ ਨੇ ਕਿਹਾ ਪਾਸਟਰ ਜੀ ਤੁਸੀਂ ਹਰ ਵਾਰੀ ਕਹਿੰਦੇ ਹੋ ਕਿ ਜਿਹਨੇ ਗਾਡਰਾਂ ਦੀ ਸੇਵਾ ਲਿਖਾਈ ਹੈ ਛੱਡ ਲਈ, ਉਹ ਤਾਂ ਹਜੇ ਪਹੁੰਚੀ ਨਹੀਂ। ਮੈਂ ਕਿਹਾ ਜੀ ਇਹਦਾ ਲੇਖਾ ਮੈਂ ਨਹੀਂ ਲੈਣਾ, ਇਹਦਾ ਲੇਖਾ ਪਰਮੇਸ਼ਰ ਨੇ ਲੈਣਾ, ਕਿਉਂਕਿ ਉਹਨਾਂ ਨੇ ਵਾਚਾ ਮੇਰੇ ਨਾਲ ਨਹੀਂ, ਉਹਨਾਂ ਨੇ ਵਾਚਾ ਪਰਮੇਸ਼ਰ ਨਾਲ ਬੰਨੀ ਹੋਈ ਹੈ।
कि परमेश्वर मैं तेरे जो घर ਲਈ ਆ ਕੁਝ ਕਰਾਂਗਾ, लेकिन ਕੀਤਾ है नहीं। तो फस कौन गया? पास्टर नहीं फसया, ਅਸੀਂ फस गए वाचा बन के परमेश्वर जी के नाम। ਦੁਆਰਾ ਪੜ੍ਹ ਦੋ ਬੇਟਾ ਇਹ ਬਚਨ ਨੂੰ। ਅਤੇ ਧਰਤੀ ਦਾ ਸਾਰਾ ਦਸਵੰਧ, ਧਰਤੀ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ 20 ਦਾ, ਧਰਤੀ ਦੇ ਭਾਵੇਂ ਆ ਗਈ ਨਾ ਹੁਣ ਉਹੀ ਗੱਲ ਵੀ ਜੇ 10 ਕਿੱਲੇ ਤੁਹਾਡੇ ਕੋਲ ਨੇ ਤਾਂ 1 ਕਿੱਲੇ ਦਾ ਪਰਮੇਸ਼ਰ ਦੇ ਘਰ ਦੇ ਵਿੱਚ ਆਵੇ। ਭਾਵੇਂ ਧਰਤੀ ਦੇ 20 ਦਾ ਫਲ ਹੋਵੇ, ਭਾਵੇਂ ਬਿਰਛਾਂ ਦੇ ਫਲਾਂ ਦਾ ਹੋਵੇ, ਭਾਵੇਂ ਬਿਰਛਾਂ ਦੇ ਫਲਾਂ ਦਾ, ਭਾਵੇਂ ਤੁਹਾਡੇ 10 ਬਿਰਛ ਲੱਗੇ ਹੋਏ ਨੇ ਫਲਾਂ ਵਾਲੇ ਤੇ ਇੱਕ ਬੂਟੇ ਨੂੰ ਤੁਸੀਂ ਕਹਿ ਦੇਣਾ ਯਹੋਵਾ ਇਹ ਤੇਰੇ ਲਈ ਹੈ। ਹਾਂ, ਸੋ ਯਹੋਵਾ ਦਾ ਹੈ। ਕਿਹਦਾ ਹੈ ਉਹ? ਯਹੋਵਾ। ਹਾਲੇਲੂਇਆ। ਹੁਣ ਤੁਸੀਂ ਯਹੋਵਾ ਵਰਗੇ ਬਣਨਾ ਚਾਹੁੰਦੇ ਹੋ? ਜੇ ਤਾਂ ਤੁਸੀਂ ਬਣਨਾ ਚਾਹੁੰਦੇ ਹੋ ਫਿਰ ਤੁਸੀਂ ਯਹੋਵਾ ਦੇ ਹੁਕਮ ਨੂੰ ਮੰਨੋਗੇ। ਜੇ ਤੁਸੀਂ ਬਣਨਾ ਨਹੀਂ ਚਾਹੁੰਦੇ ਫਿਰ ਆਪਣੇ ਮਨ ਦੀ ਗੱਲ ਬੁੱਝੋਗੇ, ਆਪਣੇ ਮਨ ਦੀ ਗੱਲ ਮੰਨੋਗੇ। ਇੱਕ ਵਾਰੀ ਤਾਂ ਦਿਲ 'ਚ ਖਿਆਲ ਪੈਦਾ ਹੋ ਜਾਂਦੇ ਨੇ ਵੀ ਮੈਂ ਯਾਰ ਦਸਵਾਂਸ ਦੇਵਾਂ ਜਾਂ ਨਾ ਦੇਵਾਂ। ਸਾਡੇ ਕੋਲ ਸਾਰੇ ਨੋਟ ਹੁੰਦੇ ਨੇ ਜੇਬ ਦੇ ਵਿੱਚ, 2000 ਦਾ ਵੀ ਨੋਟ ਹੁੰਦਾ, 500 ਦਾ ਵੀ ਹੁੰਦਾ, 200 ਦਾ ਵੀ ਹੁੰਦਾ, 100 ਦਾ ਵੀ ਹੁੰਦਾ, 50 ਦਾ ਵੀ ਹੁੰਦਾ, 20 ਦਾ ਵੀ ਹੁੰਦਾ, 10 ਦਾ ਵੀ ਹੁੰਦਾ। ਜਦੋਂ ਆਫਰਿੰਗ ਦੀ ਵਾਰੀ ਆਉਂਦੀ ਹੈ ਉਦੋਂ ਫਿਰ ਸੋਚ ਕੇ ਪਰਸ ਕੱਢਣਗੇ, ਦੇਖਣਗੇ ਵੀ ਸਭ ਤੋਂ ਛੋਟਾ ਨੋਟ ਕਿਹੜਾ ਹੈ। ਕਿਉਂ? ਰੱਬ ਮੁੱਲ ਨਹੀਂ ਵਿਕਦਾ ਮੇਰੇ ਪਿਆਰਿਓ। ਰੱਬ ਨੂੰ ਮੁੱਲ ਨਹੀਂ ਖਰੀਦ ਸਕਦੇ, ਰੱਬ ਨੂੰ ਨਿਸ਼ਚਾ ਤੇ ਈਮਾਨ ਦੇ ਨਾਲ ਖਰੀਦ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਔਰ ਕਿਵੇਂ? ਆਪਣੇ ਦਿਲ ਤੇ ਪੱਥਰ ਰੱਖਣਾ ਪਏਗਾ ਜੇ ਰੱਬ ਦੇ ਲਈ ਕੁਝ ਬੀਜਣਾ ਹੈ। ਨਹੀਂ ਫਿਰ ਸ਼ੈਤਾਨ ਨੇ ਸਾਰੇ ਕਢਵਾ ਲੈਣੇ ਨੇ। ਅੱਗੇ ਵਚਨ ਪੜਾਂਗਾ ਮੈਂ, ਦੇਖਦੇ ਜਾਇਓ ਤੁਸੀਂ। ਸ਼ੈਤਾਨ ਖਾਲੀ ਕਰ ਦਿੰਦਾ ਇਨਸਾਨ ਨੂੰ, ਪੱਲੇ ਕੱਖ ਨਹੀਂ ਛੱਡਦਾ। ਯਹੋਵਾ ਦੇ ਲਈ ਜਿਹੜੇ ਇਨਸਾਨ ਨੇ ਯਹੋਵਾ ਦੇ ਲਈ ਮੁੱਠੀ ਆਪਣੀ ਬੰਦ ਕਰ ਲਈ ਉਹ ਕਦੇ ਖੁੱਲ ਨਹੀਂ ਸਕਦੀ। ਮੇਰੀ ਗੱਲ ਨੂੰ ਯਾਦ ਰੱਖਿਓ, ਉਹ ਵੰਡਣ ਵਾਲੇ ਨੇ ਹੱਥ ਨਹੀਂ ਬਣ ਸਕਦੇ। ਜਿਹੜੇ ਯਹੋਵਾ ਦੇ ਲਈ ਆਪਣੀ ਮੁੱਠੀ ਨੂੰ ਬੰਦ ਕਰਦੇ ਨੇ ਉਹ ਕਦੇ ਵੰਡਣ ਵਾਲੇ ਹੱਥ ਨਹੀਂ ਹੁੰਦੇ। ਤੁਸੀਂ ਹੁਣ ਵਚਨ ਸੁਣ ਰਹੇ ਹੋ, ਇਸ ਟਾਈਮ ਤੁਹਾਨੂੰ ਵਚਨ ਸੁਣਾਇਆ ਜਾ ਰਿਹਾ, ਬਰਕਤ ਦਾ ਕਲਾਮ ਪੜ੍ਹ ਕੇ ਸੁਣਾਇਆ ਜਾ ਰਿਹਾ ਕਿ ਕਿੱਦਾਂ ਤੁਹਾਨੂੰ ਬਰਕਤ ਮਿਲਣੀ ਹੈ। ਵਚਨ ਨੂੰ ਸੁਣ ਵੀ ਲਿਆ, ਜਾਣ ਵੀ ਲਿਆ, ਜੇ ਅਮਲ ਨਾ ਕੀਤਾ ਤਾਂ ਫਿਰ ਕੁਝ ਨਾ ਕੀਤਾ। ਹਾਲੇਲੂਇਆ। ਫਿਰ ਸੁਣਨ ਦਾ ਕੋਈ ਫਾਇਦਾ ਹੈ ਜੇ ਅਮਲ ਨਾ ਕੀਤਾ, ਜੇ ਗੱਲ ਨਾ ਮੰਨੀ? ਬੋਲੋ। ਫਿਰ ਮੈਨੂੰ ਲੱਗਦਾ ਵੀ ਕੋਈ ਫਾਇਦਾ ਤਾਂ ਹੈ ਨਹੀਂ। ਕੱਲੇ ਵਚਨ ਤੁਹਾਨੂੰ ਖੋਲ ਕੇ ਸੁਣਾਏ ਜਾਂਦੇ ਨੇ ਕਿ ਪਰਮੇਸ਼ਰ ਕਿੰਨਾ ਕੰਮ ਕਰਦਾ, ਪਰਮੇਸ਼ਰ ਜੀ ਕੀ ਕਰਦੇ ਨੇ ਕੀ ਨਹੀਂ ਕਰਦੇ, ਲੇਕਿਨ ਫਿਰ ਵੀ ਇਹ ਹੱਥ ਬੰਨਣ ਵਾਲੇ ਨਹੀਂ ਹੁੰਦੇ, ਇਹ ਮੰਗਣ ਵਾਲੇ ਹੁੰਦੇ ਨੇ। ਅੱਜ ਦੱਸਿਆ ਜਾਏਗਾ ਤੁਹਾਨੂੰ ਬਿਮਾਰੀਆਂ ਕਿੱਥੋਂ ਆਉਂਦੀਆਂ ਨੇ। ਪਹਿਲਾਂ ਦਸਵਾਂਸ ਵਾਲਾ ਬਚਨ ਸੁਣ ਲਓ ਚੰਗੀ ਤਰ੍ਹਾਂ, ਫਿਰ ਹੁਣ ਅੱਜ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਬਿਮਾਰੀ ਕਿੱਥੋਂ ਆਉਂਦੀ ਹੈ। ਸੁਣਨਾ ਚਾਹੋਗੇ? ਅੱਛਾ, ਆਪਣੀ ਬਿਮਾਰੀ ਦਾ ਇਲਾਜ ਕੌਣ ਕਰਨਾ ਚਾਹੁੰਦਾ? ਹੱਥ ਖੜੇ ਕਰੋ। ਜਿਹੜੇ ਕਹਿੰਦੇ ਨੇ ਸਾਡੀ ਬਿਮਾਰੀ ਦਾ ਇਲਾਜ ਹੋ ਜਾਏ, ਕਿਤੋਂ ਠੀਕ ਨਹੀਂ ਹੋਇਆ, ਕਰਾਉਣਾ ਚਾਹੁੰਦੇ ਹੋ ਅੱਜ? ਹਾਲੇਲੂਇਆ। ਲੈ ਸੁਣੋ ਫਿਰ, ਮਲਾਕੀ 3 ਦੀ 8 ਤੋਂ ਪੜ੍ਹਨਾ ਸ਼ੁਰੂ ਕਰ ਦਿਓ ਬੇਟਾ। ਮਲਾਕੀ 3 ਦੀ 8 ਤੋਂ, 10 ਤੋਂ ਨਹੀਂ 8 ਤੋਂ। ਹਾਲੇਲੂਇਆ। ਹਾਲੇਲੂਇਆ। ਕੀ ਕੋਈ ਆਦਮੀ ਪਰਮੇਸ਼ਰ ਨੂੰ ਠੱਗੇਗਾ? ਹਾਂ, ਹੁਣ ਦੱਸੋ ਕਿ ਕੋਈ ਆਦਮੀ ਹੈ ਜਿਹੜਾ ਪਰਮੇਸ਼ਰ ਨੂੰ ਠੱਗੇਗਾ? ਅੱਗੇ, ਪਰ ਤੁਸਾਂ ਮੈਨੂੰ ਠੱਗ ਲਿਆ। ਕਿਹਨੂੰ ਕਹਿ ਰਿਹਾ ਪਰਮੇਸ਼ਰ ਜੀ? ਮੈਨੂੰ ਵੀ ਕਹਿ ਰਿਹਾ ਤੇ ਤੁਹਾਨੂੰ ਵੀ ਕਹਿ ਰਹੇ ਨੇ। ਪਰ ਅਸੀਂ ਨੇ ਕੀ ਕੀਤਾ ਪਰਮੇਸ਼ਰ ਜੀ ਨੂੰ? ਬੋਲੋ ਸਭ ਜਣੇ। ਨੀਂਦ ਤਾਂ ਨਹੀਂ ਆ ਰਹੀ ਹੁਣ, ਕਿਉਂਕਿ ਵਚਨ ਕਰਾਰਾ ਚੱਲ ਰਿਹਾ। ਇੱਧਰ ਦੀ ਸੁਣ ਕੇ ਇੱਧਰ ਦੀ ਕੱਢ ਨਾ ਦਿਓ, ਨਹੀਂ ਫੇਲ ਹੋ ਜਾਓਗੇ। ਜੇ ਜਾਗ ਕੇ ਬੈਠੋਗੇ 5-10 ਮਿੰਟ ਤਾਂ ਤੁਸੀਂ ਪਾਸ ਹੋ ਵੱਡੀ ਤੋਂ ਵੱਡੀ ਰੇਸ ਦੇ ਵਿੱਚ। ਹਾਲੇਲੂਇਆ। ਮੈਂ ਤੁਹਾਨੂੰ ਸਿੰਪਲ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸ ਦੇਵਾਂ, ਟ੍ਰੇਨ ਕਿੰਨੇ ਕਟਰਾਂ ਤੇ ਚੱਲਦੀ ਹੈ? 4 ਕਟਰਾਂ ਤੇ। ਬੋਲੋ। ਹਾਂ, ਵਿੱਚੋਂ ਇਸ਼ਾਰੇ ਆ ਰਹੇ ਨੇ ਵੀ 2 ਕਟਰਾਂ ਤੇ ਚੱਲਦੀ ਹੈ ਨਾ।
ਹੁਣ 2 ਗਾਡਰ ਤਾਂ ਮੈਂ ਸਮਾਣੇ ਤੱਕ ਵਿਛਾ ਦਿੰਦਾ ਤੇ 1 ਗਾਡਰ ਮੈਂ ਸਿੱਧਾ ਰਾਜਪੁਰੇ ਤੱਕ ਵਿਛਾ ਦਿੰਦਾ, ਤਾਂ ਟ੍ਰੇਨ ਕਿੱਥੇ ਤੱਕ ਜਾਊਗੀ? ਬੋਲੋ, ਸਮਾਣੇ ਤੱਕ। ਸਭ ਸਮਝਦਾਰ ਹੋ ਤੁਸੀਂ, ਤਾੜੀ ਲਗਾਓ ਯਿਸੂ ਦੇ ਨਾਮ ਤੇ। ਤਾਂ ਫਿਰ ਟ੍ਰੇਨ ਨੂੰ 1 ਗਾਡਰ ਦਾ ਭਾਅ ਹੈ। 1 ਗਾਡਰ ਚਾਹੇ ਬੰਬਈ ਤੱਕ ਵਿਛਿਆ ਹੋਵੇ, ਟ੍ਰੇਨ ਨਹੀਂ ਜਾ ਸਕਦੀ, ਕਿਉਂਕਿ ਟ੍ਰੇਨ 2 ਗਾਡਰਾਂ ਤੇ ਚੱਲਦੀ ਹੈ। ਸੇਮ ਇਸੇ ਤਰੀਕੇ ਦੇ ਨਾਲ 2 ਗਾਡਰ ਸਾਡੀ ਲਾਈਫ ਦੇ ਵਿੱਚ ਜ਼ਰੂਰੀ ਹੋਣੇ ਚਾਹੀਦੇ ਨੇ। ਪਹਿਲਾ ਪ੍ਰਾਰਥਨਾ ਦਾ ਵਿਸ਼ਵਾਸ, ਦੂਜਾ ਧਰਤੀ ਦਾ ਸਭ ਪਾਸੇ ਦਾ ਵਿਸ਼ਵਾਸ। ਹਾਲੇਲੂਇਆ, ਹਾਲੇਲੂਇਆ। ਹੁਣ ਕਈ ਭੈਣ ਭਰਾਵਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵਿਸ਼ਵਾਸ ਵਾਲਾ ਗਾਡਰ ਉਹਨਾਂ ਨੇ ਬਹੁਤ ਲੰਬਾ ਵਿਛਾ ਲਿਆ ਤੇ ਪ੍ਰਾਰਥਨਾ ਵਾਲਾ ਗਾਡਰ ਹੈ ਹੀ ਨਹੀਂ। ਹੁਣ ਕਈ ਭੈਣਾਂ ਨੇ ਪ੍ਰਾਰਥਨਾ ਵਾਲਾ ਗਾਡਰ ਬਹੁਤ ਲੰਬਾ ਲੈ ਗਏ ਤੇ ਵਿਸ਼ਵਾਸ ਵਾਲਾ। ਹੁਣ 1 ਗਾਡਰ ਦਾ ਭਾਅ ਕੀ ਹੈ ਸਾਨੂੰ ਦੱਸੋ ਮੈਨੂੰ ਜਰਾ, ਕਿਉਂਕਿ ਕੰਮ ਤਾਂ 2 ਗਾਡਰਾਂ ਤੇ ਕਰਨਾ ਨਾ। ਟ੍ਰੇਨ ਤਾਂ ਉੱਥੇ ਤੱਕ ਦੌੜੇਗੀ ਨਾ ਜਿੱਥੇ ਤੱਕ 2 ਗਾਡਰ ਵਿਛੇ ਹੋਏ ਨੇ। ਸੇਮ ਇਸੇ ਵੇ ਦੇ ਨਾਲ ਸ਼ੈਤਾਨ ਤੁਹਾਨੂੰ ਰੋਕ ਕੇ ਰੱਖਦਾ, ਮਨ ਦੇ ਵਿੱਚ ਘਮੰਡ ਖੜਾ ਕਰ ਦਿੰਦਾ ਕਿ ਮੈਂ ਤਾਂ ਬਹੁਤ ਵਿਸ਼ਵਾਸ ਕਰਦਾ, ਚੱਲ ਛੱਡ ਹੁਣ ਪ੍ਰਾਰਥਨਾ। ਲੈ, ਵਿਸ਼ਵਾਸ ਤਾਂ ਦਿੰਦੇ ਰੱਬ ਨੂੰ ਆਪਾਂ, ਉਹ ਤਾਂ ਮੁੱਲ ਖਰੀਦ ਲਿਆ ਆਪਾਂ ਨੇ ਪੈਸੇ ਦੇ ਕੇ। ਪ੍ਰਾਰਥਨਾ ਦੀ ਤਾਂ ਲੋੜ ਹੀ ਨਹੀਂ। ਹੁਣ ਜਿਹੜੇ ਪ੍ਰਾਰਥਨਾ ਕਰਦੇ ਨੇ, ਹਾਲੇਲੂਇਆ ਪ੍ਰਭੂ ਤੇਰਾ ਧੰਨਵਾਦ ਧੰਨਵਾਦ, ਜਦੋਂ ਐਤਵਾਰ ਨੂੰ ਪ੍ਰਭੂ ਮੈਂ ਨਹੀਂ ਵਿਸ਼ਵਾਸ ਕਰਦਾ। ਹਾਲੇਲੂਇਆ। ਆ ਪੂਰੀ ਮੰਡਲੀ ਦੇ ਵਿੱਚੋਂ ਮੈਂ 5 ਜਣਾਂ ਨੂੰ ਦੇਖ ਰਿਹਾ ਜਿਹੜੇ ਪਵਿੱਤਰਤਾਈ ਦੇ ਨਾਲ ਵਿਸ਼ਵਾਸ ਕਰਦੇ ਨੇ। 5 ਜਣਿਆਂ ਦਾ ਮੈਂ ਖੜੇ ਵੀ ਕਰ ਸਕਦਾ ਤੁਹਾਨੂੰ ਕਿ ਬਾਕੀਆਂ ਨੇ ਸਵਰਗ 'ਚ ਨਹੀਂ ਜਾਣਾ। 1 ਗਾਡਰ ਨੂੰ ਲੰਬਾ ਨਾ ਕਰੋ, ਦੂਜੇ ਦੋਨਾਂ ਨੂੰ ਬਰਾਬਰ ਬਰਾਬਰ ਰੱਖੋ ਕਿ ਸਾਡੀ ਟ੍ਰੇਨ ਪੂਰੀ ਸਪੀਡ ਤੇ ਦੌੜੇ ਤੇ ਸਭ ਤੋਂ ਅੱਗੇ ਅਸੀਂ ਨਿਕਲ ਜਾਈਏ। ਹਾਲੇਲੂਇਆ। ਤੁਸੀਂ ਨਹੀਂ ਚਾਹੁੰਦੇ ਸੰਸਾਰ ਤੋਂ ਅੱਗੇ ਨਿਕਲਣਾ? ਤੁਸੀਂ ਨਹੀਂ ਚਾਹੁੰਦੇ ਵੀ ਅਸੀਂ ਤੰਦਰੁਸਤ ਰਹੀਏ? ਇਹੀ ਵਚਨ ਦੁਆਰਾ ਪੜ੍ਹ ਦੇ ਬੇਟਾ। ਕੀ ਕੋਈ ਆਦਮੀ ਪਰਮੇਸ਼ਰ ਨੂੰ ਠੱਗੇਗਾ? ਹਾਂ, ਕਹਿੰਦਾ ਕਿ ਕੋਈ ਇਹੋ ਜਿਹਾ ਆਦਮੀ ਹੈ ਜਿਹੜਾ ਪਰਮੇਸ਼ਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ। ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ ਕਿਹੜੀ ਗੱਲ ਵਿੱਚ? ਹਾਂ, ਫਿਰ ਅਸੀਂ ਕਹਿੰਦੇ ਹਾਂ ਅਸੀਂ ਤੈਨੂੰ ਕਿਹੜੀ ਗੱਲ ਵਿੱਚ ਠੱਗ ਲਿਆ? ਤੂੰ ਪਰਮੇਸ਼ਰ, ਅਸੀਂ ਬੰਦੇ, ਤੈਨੂੰ ਤਾਂ ਠੱਗੇ ਨਹੀਂ ਸਕਦੇ। ਸੋਚਦੇ ਹੋ ਨਾ ਤੁਸੀਂ, ਸੋਚਦੇ ਨਾ ਅਸੀਂ ਕਿ ਅਸੀਂ ਕਿਵੇਂ ਪਰਮੇਸ਼ਰ ਨੂੰ ਠੱਗ ਸਕਦੇ ਹਾਂ? ਪੜ੍ਹਦੇ ਬੇਟਾ, ਕਾਹਦੇ ਵਿੱਚ ਠੱਗਿਆ? ਅਸਾਂ ਤੈਨੂੰ ਠੱਗ ਲਿਆ ਦਸਵੰਧਾਂ ਅਤੇ ਭੇਟਾਂ ਵਿੱਚ। ਹਾਲੇਲੂਇਆ। ਕਿਹਦੇ ਵਿੱਚ? ਮੈਨੂੰ ਲੱਗਦਾ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਬਾਦੂ। ਹੁਣ ਨਹੀਂ ਤਾੜੀ ਵੱਜਦੀ ਕਿਉਂ? ਹੁਣ ਚੁੱਪੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਅਸੀਂ ਉਹੀ ਵਚਨ ਸੁਣਨਾ ਪਸੰਦ ਕਰਦੇ ਹਾਂ ਜਿਹੜਾ ਸਾਡੇ ਫੇਵਰ 'ਚ ਹੋਵੇ, ਜਿਹੜਾ ਸਾਨੂੰ ਦੁੱਖ ਨਾ ਦੇਵੇ, ਕੱਲਾ ਖੁਸ਼ੀ ਦੇ ਕੇ ਜਾਵੇ। ਪਰਮੇਸ਼ਰ ਕਹਿੰਦਾ ਨਾ ਡਰ, ਮੈਂ ਤੇਰੇ ਅੰਗ ਸੰਗ ਹਾਂ। ਹਾਂ ਪ੍ਰਭੂ ਜੀ, ਤੂੰ ਮੇਰੇ ਅੰਗ ਸੰਗ ਹੈ। ਉਦੋਂ ਰਹੂਗਾ ਜਦੋਂ ਤੂੰ ਹੁਕਮਾਂ ਦੇ ਵਿੱਚ ਪੂਰਾ ਹੋਏਗਾ। ਸਮਝ ਲਓ ਨਾ ਮੇਰੀ ਗੱਲ। ਪਰਮੇਸ਼ਰ ਕਹਿੰਦਾ ਨਾ ਡਰ, ਮੈਂ ਤੈਨੂੰ ਸੰਭਾਲ ਕੇ ਰੱਖਾਂਗਾ, ਭਾਵੇਂ ਜਿੱਡੀ ਮਰਜ਼ੀ ਮੁਸੀਬਤ ਆ ਜਾਏ। ਪਏ ਹਸਪਤਾਲ 'ਚ ਹੁੰਨੇ ਆ, ਫਿਰ ਵੀ ਕਹਿੰਦਾ ਪ੍ਰਭੂ ਤੂੰ ਮੈਨੂੰ ਸੰਭਾਲ ਕੇ ਰੱਖੇਗਾ। ਪ੍ਰਭੂ ਤੂੰ ਮੈਨੂੰ ਕਦੇ ਇਕੱਲਾ ਨਹੀਂ ਛੱਡਦਾ। ਉਹ ਨਹੀਂ ਛੱਡਦਾ। ਤੂੰ ਇਹ ਤਾਂ ਸੋਚਣਾ ਵੀ ਹਸਪਤਾਲ 'ਚ ਕੀ ਕਰਨਾ ਹੈ, ਉਹਦਾ ਰੀਜ਼ਨ ਲੱਭ ਵੀ ਤੂੰ ਹਸਪਤਾਲ 'ਚ ਪਿਆ ਕਿਸ ਕੰਮ ਲਈ ਹੈ। ਉਹ ਜੇ ਤੇਰਾ ਵਿਸ਼ਵਾਸ ਰੱਬ ਦੇ ਘਰ ਗਿਆ ਹੁੰਦਾ, ਰੱਬ ਨੇ ਡਾਕਟਰਾਂ ਦੇ ਪਰਚੇ ਬੰਦ ਕਰ ਦੇਣੇ ਸੀ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਉਹਨਾਂ ਤੇਰਾ ਵਿਸ਼ਵਾਸ ਨਹੀਂ ਸੀ ਬਣਨਾ ਜਿੰਨੇ ਤੇਰੇ ਡਾਕਟਰਾਂ ਨੇ ਟੈਸਟ ਕਰਤੇ, ਹਜੇ ਦਵਾਈ ਤਾਂ ਲੈਣੀ ਬਾਕੀ ਹੈ। ਬਿਜਲੀ ਕਮਜ਼ੋਰੀ ਨੂੰ ਲੱਭ ਕੇ ਦੇਖੋ ਵੀ ਕੀ ਹੈ, ਕਿਉਂਕਿ ਤੁਹਾਡਾ 1 ਗਾਡਰ ਚੱਲ ਰਿਹਾ ਪ੍ਰਾਰਥਨਾ ਵਾਲਾ, ਵਿਸ਼ਵਾਸ ਵੀ ਹੈ। ਵਿਸ਼ਵਾਸ ਕਰਦੇ ਅਸੀਂ, ਪ੍ਰਾਰਥਨਾ ਵੀ ਕਰਦੇ ਅਸੀਂ, ਲੇਕਿਨ ਵਿਸ਼ਵਾਸ ਨਹੀਂ ਕਰਦੇ। ਹੁਣ ਸੰਗਤ ਦੇ ਵਿੱਚ ਜਿਹੜੇ ਭੈਣ ਭਰਾ ਬਿਲਕੁਲ ਤੰਦਰੁਸਤ ਨੇ, ਉਹਨਾਂ ਦੀਆਂ ਟ੍ਰੇਨਾਂ 2 ਗਾਡਰਾਂ ਤੇ ਚੱਲ ਰਹੀਆਂ ਨੇ, ਔਰ ਜਿਹੜੇ ਬਿਮਾਰ ਬੈਠੇ ਨੇ ਉਹਨਾਂ ਦੀ ਗਾਡਰ 1 ਟ੍ਰੇਨ ਤੇ ਚੱਲ ਰਹੀ ਹੈ, 1 ਗਾਡਰ ਤੇ ਚੱਲ ਰਹੀ ਹੈ, ਜਿਹੜੀ ਪ੍ਰਾਰਥਨਾ ਵਾਲੀ ਗਾਡਰ ਹੈ। ਤੁਸੀਂ ਦੌੜਾਉਣਾ ਚਾਹੁੰਦੇ ਹੋ ਆਪਣੀ ਟ੍ਰੇਨ ਨੂੰ ਸਭ ਤੋਂ ਅੱਗੇ? ਕੌਣ ਕੌਣ ਦੌੜਾਉਣਾ ਚਾਹੁੰਦਾ?
ਹੱਥ ਤਾਂ ਸਭ ਦੇ ਖੜੇ ਨੇ। ਗਾਡਰ ਵਿਛਾਉਣਾ ਪੈਣਾ ਉਹਦੇ ਬਰਾਬਰ, ਦਸਵਾਂਸ ਵਾਲਾ ਗਾਡਰ ਵਿਛਾਉਣਾ ਪੈਣਾ। ਕੌਣ ਕੌਣ ਵਿਛਾਏਗਾ? ਹੱਥ ਸਭ ਦੇ ਖੜੇ ਨੇ। ਪਰਮੇਸ਼ਰ ਕਰੇ ਪਰਮੇਸ਼ਰ ਤੁਹਾਨੂੰ ਅੱਜ ਹੀ ਤੁਹਾਡੇ ਜੀਵਨ ਦੇ ਵਿੱਚ ਇਹ ਹੱਥ ਬੰਨਣ ਵਾਲੇ ਕਰ ਦੇਵੇ ਯਿਸੂ ਨਾਮ ਦੇ। ਹਾਲੇਲੂਇਆ। ਇੱਕ ਦੂਜੇ ਨੂੰ ਬੋਲੋ, ਇੱਕ ਦੂਜੇ ਵੱਲ ਮੂੰਹ ਕਰੋ, ਇੱਕ ਦੂਜੇ ਨੂੰ ਬੋਲੋ ਕਿ ਅੱਜ ਪਰਮੇਸ਼ਰ ਨੇ ਤੈਨੂੰ ਬੰਨਣ ਵਾਲਾ ਬਣਾਇਆ, ਤਾਂ ਹੀ ਤੇਰੇ ਉੱਤੇ ਅੱਜ ਸ਼ਰਾਬ ਖਤਮ ਹੋਣਗੇ, ਅੱਜ ਬਿਮਾਰੀਆਂ ਖਤਮ ਹੋਣਗੀਆਂ ਤੇਰੀਆਂ, ਅੱਜ ਤੇਰੇ ਘਰ ਚ ਰੌਣਕ ਆਏਗੀ, ਕਿਉਂਕਿ ਅੱਜ ਤੇਰਾ ਜੀਵਨ ਪ੍ਰਾਰਥਨਾ ਵਾਲਾ ਵੀ ਹੈ ਤੇ ਦਸਵਾਂਸ ਵਾਲਾ ਵੀ ਹੈ, ਜਿਹੜਾ ਪਰਮੇਸ਼ਰ ਨੂੰ ਮਨਜ਼ੂਰ ਹੈ, ਜਿਹੜਾ ਪਰਮੇਸ਼ਰ ਨੂੰ ਪਸੰਦ ਹੈ। ਅਗਲੇ ਐਤਵਾਰ ਤੱਕ ਪਰਮੇਸ਼ਰ ਤੈਨੂੰ ਉੱਚਾ ਕਰੇਗਾ ਔਰ ਤੇਰੀ ਬਿਮਾਰੀ ਨੂੰ ਖਤਮ ਕਰੇਗਾ ਯਿਸੂ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ। ਹੁਣ ਇਸ ਜਗ੍ਹਾ ਤੇ ਹੁਣ ਬਹੁਤ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ, ਹੁਣ ਅੱਧੇ ਕਿਤਾ ਕਹਿੰਦੇ ਨੇ ਜੀ ਅਸੀਂ ਜਦੋਂ ਦੇ ਆਏ ਆ ਸਾਡੀਆਂ ਤਾਂ ਰੰਗਤ ਲਾਤੀਆਂ ਪਰਮੇਸ਼ਰ ਨੇ, ਵਹਿਦਾ ਕਰਾਤੀ ਸਾਡੀ ਤਾਂ। ਉਹ ਜਿਹੜੀ ਭੈਣ ਗਵਾਹੀ ਦੇ ਕੇ ਗਈ ਆ, ਪਹਿਲਾਂ ਉਹਨਾਂ ਦੀ ਲੇਡੀਜ਼ ਨੂੰ ਪੀਜੀਆਈ ਚੋਂ ਜਵਾਬ ਦੇ ਦਿੱਤਾ ਗਿਆ, ਉਹਦੇ ਲਈ ਪ੍ਰਾਰਥਨਾ ਕੀਤੀ, ਉਹ ਬਚ ਗਈ। ਤੇ ਫਿਰ ਉਹਦੇ ਘਰ ਵਾਲੇ ਦੀ ਪੀਜੀਆਈ ਚੋਂ ਦਵਾਈ ਚੱਲਦੀ ਸੀ 10,000 ਮਹੀਨੇ ਦੀ, ਲੀਵਰ ਖਰਾਬ ਸੀ, 10% ਰਹਿ ਗਿਆ ਸੀ, ਉਹ ਬਚ ਗਿਆ, ਉਹ ਠੀਕ ਹੋ ਗਿਆ। ਫਿਰ ਉਹਨਾਂ ਦੀ ਬੋਟੀ ਨੂੰ ਪ੍ਰਾਰਥਨਾ ਕੀਤੀ, ਬੱਚੇ ਦਾ ਨਾਮ ਦੱਸਤਾ ਤੇ ਬੋਟੀ ਦੇ ਬੱਚਾ ਹੋ ਗਿਆ। ਇਹਦਾ ਮਤਲਬ ਉਹਨਾਂ ਨੂੰ ਲੈਣ ਦਾ ਢੰਗ ਆ ਗਿਆ। ਕੀ ਆ ਗਿਆ? ਉਹਨਾਂ ਦੀ ਟ੍ਰੇਨ ਸਭ ਤੋਂ ਅੱਗੇ ਦੌੜ ਰਹੀ ਹੈ ਇਸ ਟਾਈਮ, ਵੀ ਸਾਨੂੰ ਆਹ ਵੀ ਬਲੈਸਿੰਗ ਮਿਲ ਗਈ, ਸਾਨੂੰ ਆਹ ਵੀ ਮਿਲ ਗਈ, ਸਾਨੂੰ ਆਹ ਵੀ ਮਿਲ ਗਈ। ਇੱਕ ਬੁੱਝੇ ਦਾ ਸਰੀਰ ਲੈ ਕੇ ਬੈਠਾ, ਮੇਰੀ ਕਿਸਮਤ ਪਤਾ ਨਹੀਂ ਕਦੋਂ ਖੁੱਲੂਗੀ, ਮੇਰੀ ਪਤਾ ਨਹੀਂ ਯਿਸੂ ਮਸੀਹ ਕਦੋਂ ਸੁਣੂ, ਮੇਰੀ ਨਹੀਂ ਸੁਣਦਾ ਯਿਸੂ। ਮੈਨੂੰ ਤਾਂ ਅੱਜ 5-7 ਐਤਵਾਰ ਹੋ ਗਏ ਆਂਦੇ ਨੂੰ, ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ। ਲੋਕ ਗਵਾਹੀਆਂ ਦੇਈ ਜਾਂਦੇ ਨੇ, ਮੇਰੇ ਨਾਲ ਤਾਂ ਕੁਝ ਬਣੇ ਨਹੀਂ। ਉਹ ਮੇਰੇ ਭੈਣ ਦੇ ਭਰਾਵੋ, ਏਦਾਂ ਨਹੀਂ ਬਣਦਾ। ਉਹ ਜਿਹਦੀ ਗਵਾਹੀ ਕੀਤੀ ਹੈ ਪਰਮੇਸ਼ਰ ਨੇ, ਉਦੋਂ ਪੁੱਛੋ ਵੀ ਤੈਨੇ ਕੀਤਾ ਕੀ ਸੀ, ਜਿਹੜਾ ਤੇਰੇ ਨਾਲ ਪਰਮੇਸ਼ਰ ਖੜਿਆ ਹੈ ਔਰ ਤੇਰੇ ਨਾਲ ਕੰਮ ਕਰਦਾ। ਹਾਲੇਲੂਇਆ। ਮੈਂ ਵੀ ਚਾਹੁੰਦਾ ਕਿ ਮੇਰੇ ਨਾਲ ਕੰਮ ਕਰੇ। ਹਾਲੇਲੂਇਆ। ਪੁੱਛੋ ਉਹਨਾਂ ਲੋਕਾਂ ਤੋਂ ਜਿਹੜੇ ਗਵਾਹੀਆਂ ਦਿੰਦੇ ਨੇ, ਜਿਹੜੇ ਢੋਲੀ ਨੂੰ ਲੈ ਕੇ ਆਉਂਦੇ ਨੇ ਅੱਗੇ, ਪੁੱਛੋ ਉਹਨਾਂ ਨੂੰ ਵੀ ਕੀਤਾ ਕੀ ਸੀ ਤੁਸੀਂ। ਹਜੇ ਤਾਂ ਸਾਨੂੰ ਸੰਸਾਰ ਨੇ ਹੀ ਭੜਕਾਇਆ ਹੋਇਆ। ਸੰਸਾਰ ਨੇ ਜੇ ਮਾੜੀ ਜੀ ਗੱਲ ਚੱਲਦੀ ਵੀ ਹੈ ਘਰ ਦੇ ਵਿੱਚ ਵੀ ਆ ਇੰਨਾ ਕੁ ਪੈਸਾ ਆਪਾਂ ਨੇ ਦਸਵਾਂਸ ਦਾ ਕੱਢਣਾ, ਜੀ ਮੇਰੇ ਗੁਰੂ ਜੀ ਦੱਸਦੇ ਹੁੰਦੇ ਨੇ, ਮੇਰੇ ਗੁਰੂ ਜੀ ਦੱਸਦੇ ਹੁੰਦੇ ਨੇ ਕਿ ਇੱਕ ਬੰਦਾ ਫੋਰਨ ਕੰਟਰੀ ਰਹਿੰਦਾ ਹੁੰਦਾ ਹੈ, ਜਿਹਨੇ ਪ੍ਰਾਰਥਨਾ ਕਰਾਈ, ਪਾਸਟਰ ਜੀ ਮੇਰੇ ਲਈ ਪ੍ਰੇਅਰ ਕਰੋ ਕਿ ਮੈਂ ਲੱਖਾਂ ਦੇ ਵਿੱਚ ਦਸਵਾਂਸ ਕੱਢਾਂ। ਕਹਿੰਦੇ ਠੀਕ ਹੈ ਜੀ। ਉਹ ਪ੍ਰਾਰਥਨਾ ਕੀਤੀ, ਹਜੇ ਲੱਖਾਂ 'ਚ ਪਹੁੰਚਿਆ ਨਹੀਂ ਸੀ, ਉਹਦਾ ਹਜ਼ਾਰਾਂ 'ਚ ਦਸਵਾਂਸ ਨਿਕਲਣਾ ਸ਼ੁਰੂ ਹੋ ਗਿਆ। ਇੱਕ ਦਿਨ ਉਹਨੇ ਲਿਆ ਕੇ ਜਦੋਂ ਹਜ਼ਾਰਾਂ 'ਚ ਦਸਵਾਂਸ ਨਿਕਲਣਾ ਸ਼ੁਰੂ ਹੋਇਆ ਤਾਂ $20,000 ਉਹਨੇ ਆਪਣੇ ਘਰ ਵਾਲੀ ਦੇ ਹੱਥ ਤੇ ਰੱਖਤੇ। ਕਹਿੰਦਾ ਵੀ ਏਦਾਂ ਕਰੀ, ਆ ਇਹ ਪੈਸੇ ਨੂੰ ਅਲੱਗ ਰੱਖੀਏ, ਪਾਸਟਰ ਜੀ ਦੇ ਅਕਾਊਂਟ ਦੇ ਵਿੱਚ, ਮਿਨਿਸਟਰੀ ਦੇ ਅਕਾਊਂਟ 'ਚ ਪਵਾਉਣੇ ਨੇ, ਵੀ ਇਹ ਚਰਚ ਦਾ ਪੈਸਾ ਹੈ। ਉਹ ਕਹਿੰਦੀ ਜੀ ਇਹ ਕਿੱਥੋਂ ਆਇਆ ਚਰਚ ਦਾ ਪੈਸਾ, ਆਪਾਂ ਇੰਨਾ ਪੈਸਾ ਦੇਣਾ ਹੈ ਚਰਚ ਨੂੰ। ਉਹ ਕਹਿੰਦਾ ਦੇਖ, ਆਪਣੇ ਲਈ ਪਾਸਟਰ ਜੀ ਪ੍ਰਾਰਥਨਾ ਕਰਦੇ ਨੇ, ਸਾਡੀ ਬੜੋਤਰੀ ਉੱਥੋਂ ਹੋਈ ਹੈ, ਤਾਂ ਆਪਣਾ ਦਸਵਾਂਸ ਵੀ ਉੱਥੇ ਦੇਣ ਦਾ ਫਰਜ਼ ਹੈ ਉਸ ਭਵਨ ਨੂੰ। ਉਹਨੇ ਬੜਾ ਸਮਝਾਇਆ, ਤੈਨੂੰ ਕੋਈ ਨਾ ਗੱਲ ਸੁਣੀ। ਕਹਿੰਦੀ ਨਾ ਜੀ, ਜੇ ਇਹਨਾਂ ਦਸਵਾਂਸ ਉੱਥੇ ਭੇਜਦਾ ਫਿਰ ਮੈਂ ਨਹੀਂ ਰਹਿੰਦੀ ਇੱਥੇ, ਤੁਸੀਂ ਤਾਂ ਸਾਰਾ ਪੈਸਾ ਲੁਟਾਈ ਜਾਂਦੇ ਹੋ। ਹੁਣ ਉਹਨੇ ਫੇਰ ਪਾਸਟਰ ਨੂੰ ਫੋਨ ਕੀਤਾ, ਕਹਿੰਦਾ ਪਾਸਟਰ ਜੀ ਮੈਂ ਇੱਕ ਦੁਵਿਧਾ ਵਿੱਚ ਪੈ ਗਿਆ ਤੇ ਮੇਰੇ ਹੁਣ ਦਸਵਾਂਸ ਇੰਨਾ $20,000 ਹੋ ਗਿਆ ਤੇ ਦਸਵਾਂਸ ਇੰਨਾ ਪਵਾਉਣਾ ਨਹੀਂ, ਤੇ ਹੁਣ ਤੁਸੀਂ ਇਹਦਾ ਹੱਲ ਦੱਸੋ ਵੀ ਕੀ ਕਰੀਏ। ਪਾਸਟਰ ਜੀ ਨੇ ਕਿਹਾ, ਕਹਿੰਦਾ ਬੜਾ ਸੌਖਾ ਹੱਲ ਹੈ। ਕਹਿੰਦੇ ਜੀ ਕੀ? ਕਹਿੰਦੇ ਆਪਾਂ ਪ੍ਰਾਰਥਨਾ ਕਰਦੇ ਆ, ਤੁਹਾਡਾ ਬਿਜ਼ਨਸ ਚੌਪਟ ਹੋ ਜਾਊਗਾ, ਤੁਸੀਂ ਉਹੀ 100-200 ਤੱਕ ਰਹਿਓ, ਉਸ ਤੋਂ ਅੱਗੇ ਤੁਹਾਨੂੰ ਰੱਬ ਵਧਾਉਂਦਾ ਹੀ ਨਹੀਂ, ਨਾਲੇ ਦੇਣਾ ਸੌਖਾ ਨਾਲੇ ਲੈਣਾ ਸੌਖਾ। ਹਾਲੇਲੂਇਆ। ਤੁਹਾਡੇ ਲਈ ਪ੍ਰਾਰਥਨਾ ਕਰਦੇ ਆ ਕਿ ਰੱਬ ਤੁਹਾਨੂੰ ਉਸੇ ਲੈਵਲ ਤੇ ਲਿਆਵੇ ਜਿੱਥੇ ਤੁਸੀਂ ਪਹਿਲਾਂ ਸੀ। 100-200 ਰੁਪਏ ਨਿਕਲਦਾ ਸੀ, ਬੜੇ ਆਰਾਮ ਨਾਲ ਦੇ ਦਿੰਦੇ ਸੀ। ਉਹ ਮੇਰੇ ਭੈਣੋ ਤੇ ਭਰਾਵੋ, ਅਸੀਂ ਆਪਣੇ ਪੈਰ ਤੇ ਆਪ ਕੁਹਾੜੀ ਮਾਰਦੇ ਆ। ਜਦੋਂ ਘਰ ਦੇ ਵਿੱਚ 100 ਰੁਪਏ ਆਉਂਦਾ ਤਾਂ ਬੜਾ ਦਿਖਾ ਕੇ ਕੱਢਦੇ ਆ 10 ਰੁਪਏ। 100 ਵਾਰੀ ਬੋਲਦੇ ਆ, ਪ੍ਰਭੂ ਆ ਤੇਰਾ, ਆ ਪ੍ਰਭੂ ਤੇਰਾ ਨਵਾਂ ਜਿਹਾ ਨੋਟ, ਆ ਤੇਰੇ ਪ੍ਰਭੂ ਭਵਨ 'ਚ ਦੇਣਾ। ਕਿਉਂ 10 ਰੁਪਏ ਨੇ, ਦੋ ਕਿਸੇ ਜਵਾਕ ਨੂੰ, ਉਹ ਵੀ ਨਹੀਂ ਲੈਂਦਾ, ਉਹ ਵੀ ਕਹਿੰਦਾ ਜਾਂ 50 ਕੱਢ ਜਾਂ 100 ਕੱਢ।
ਕਿਉਂ? 10 ਤਾਂ ਆਉਂਦਾ ਹੀ ਕੁਛ ਨਹੀਂ। ਹਾਲੇਲੂਇਆ। ਤਾਂ ਫਿਰ ਅਸੀਂ ਰੱਬ ਨੂੰ ਮਸਕਾ ਕੀ ਲਾਉਨੇ ਆ? ਫਿਰ 10 ਰੁਪਏ ਦੇਣ ਦੀ ਕੋਸ਼ਿਸ਼ ਕਰਦੇ ਆ। ਚਲੋ ਠੀਕ ਹੈ, ਦਸਵੰਧ ਵਫਾਦਾਰੀ ਦੇ ਨਾਲ ਕੱਢਣਾ ਚਾਹੀਦਾ। ਤੁਸੀਂ ਦਸਵੰਧ 10 ਰੁਪਏ ਕੱਢਤਾ, ਬੜਾ ਖੁਸ਼ੀ ਦੇ ਨਾਲ ਕੱਢਿਆ। ਜਦੋਂ ਦਸਵੰਧ ਤੁਹਾਡਾ 50 ਰੁਪਏ ਹੋ ਗਏ, ਬੜੇ ਖੁਸ਼ੀ ਦੇ ਨਾਲ ਕੱਢੇ। ਫਿਰ ਜਦੋਂ ਪਰਮੇਸ਼ਰ ਤੁਹਾਨੂੰ ਵਧਾਉਂਦਾ ਜਾ ਰਿਹਾ ਹੌਲੀ ਹੌਲੀ, ਫਿਰ ਜਦੋਂ ਦਸਵੰਧ ਤੁਹਾਡਾ 100 ਦਾ ਹੋ ਗਿਆ, ਤਾਂ ਫਿਰ ਤੁਸੀਂ 100 ਵਾਰ ਨੀਲਾ ਜਿਹਾ ਨੋਟ ਫਿਰ ਵੀ ਪਰਮੇਸ਼ਰ ਨੂੰ, ਪ੍ਰਭੂ ਆ ਦੇਖ ਨੀਲਾ ਜਿਹਾ ਨੋਟ ਨਵਾਂ ਆਇਆ, ਪ੍ਰਭੂ ਤੇਰੇ ਖਾਤੇ 'ਚ ਜਾਊ। ਪ੍ਰਭੂ ਇਹ ਨੀਲਾ ਜਿਹਾ ਨੋਟ ਜਿਹੜਾ ਨਵਾਂ ਆਇਆ ਨਾ, ਇਹ ਤੇਰੇ ਲਈ ਹੈ ਪ੍ਰਭੂ, ਇਹ ਤੇਰੇ ਭਵਨ 'ਚ ਜਾਊਗਾ ਇਹ ਨਵਾਂ ਨੋਟ। ਤਾਂ ਪ੍ਰਭੂ ਬੜਾ ਖੁਸ਼ ਹੁੰਦਾ ਵੀ ਹਾਂ ਯਾਰ, ਬੰਦਾ ਇਹਨੂੰ ਮੈਂ ਵਧਾ ਰਿਹਾ ਤਾਂ ਬੰਦਾ ਕੱਢ ਰਿਹਾ। ਤੇ ਫਿਰ ਕੀ ਕਰਦਾ? ਪ੍ਰਭੂ ਉਹਨੂੰ 1000 ਰੁਪਏ ਦੀ ਬਲੇਸਿੰਗ ਦਿੰਦਾ, 10,000 ਦੀ ਬਲੇਸਿੰਗ ਦਿੰਦਾ। ਹੁਣ 10,000 ਦਾ ਦਸਵੰਧ ਕਿੰਨਾ ਹੋਇਆ? 1000 ਰੁਪਇਆ। ਫਿਰ ਹੁਣ ਮਨ ਦੀ ਤੇ ਆਤਮਾ ਦੀ ਲੜਾਈ ਪੈ ਜਾਂਦੀ ਅੰਦਰ ਵੀ ਕੱਢੀਏ ਕਿ ਨਾ, ਕੀੜੀਆਂ ਜਿਹੀਆਂ ਉੱਠਣ ਲੱਗ ਜਾਂਦੀਆਂ ਨੇ ਵੀ ਕੱਢੀਏ ਕਿ ਨਾ, ਕੱਢੀਏ ਕਿ ਨਾ, ਕੱਢੀਏ ਕਿ ਨਾ। ਹੁਣ ਆਤਮਾ ਕਹਿੰਦੇ ਨਹੀਂ ਯਾਰ, ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਫਾਦਾਰ ਆ ਪਰਮੇਸ਼ਰ ਦੇ ਨਾਲ, ਕੱਢਾਂਗੇ ਅਸੀਂ ਤਾਂ, ਹਾਰ ਨਹੀਂ ਮੰਨਣੀ, ਅਸੀਂ ਸ਼ੈਤਾਨ ਤੋਂ ਹਾਰਨਾ ਨਹੀਂ। ਫਿਰ ਅਸੀਂ ਕੀ ਕਰਦੇ ਆ? 1000 ਰੁਪਇਆ ਕੱਢੇ ਦਿੰਦੇ ਆ। ਪਰਮੇਸ਼ਰ ਕਹਿੰਦਾ ਲਓ ਜੀ, ਹੁਣ ਇਹਨੇ 1000 ਵੀ ਕੱਢਤਾ, ਤੈਨੂੰ ਹੁਣ ਹੋਰ ਵਧਾ ਦੋ। ਤਾਂ ਪਰਮੇਸ਼ਰ ਉਹਨੂੰ ਲੱਖ ਰੁਪਇਆ ਦੇ ਦਿੰਦਾ ਕਿਸੇ ਤਰੀਕੇ ਨਾਲ। ਕਿੰਨਾ? ਹੁਣ ਲੱਖ ਦਾ ਦਸਵੰਧ ਕਿੰਨਾ ਹੋ ਗਿਆ? 10,000। ਹੁਣ ਜਦੋਂ 10,000 ਕੱਢਣ ਜਾ ਰਿਹਾ, ਚਾਹੇ ਨੋਟ ਗਲੇ ਨੇ, ਚਾਹੇ ਸੜੇ ਨੇ, ਚਾਹੇ ਪੁਰਾਣੇ ਨੇ, ਚਾਹੇ ਨਵੇਂ ਨੇ ਨੋਟ, ਤਾਂ ਫਿਰ ਅਸੀਂ 10,000 ਨੂੰ ਦੇਖਦੇ ਵੀ ਆ। ਇੱਕ ਪਾਸੇ ਸ਼ੈਤਾਨ ਕਹਿੰਦਾ ਉਹ ਤੇਰੇ ਬੱਚਿਆਂ ਦੀ ਫੀਸ ਭਰਨ ਵਾਲੀ ਪਈ ਆ, ਇੱਕ ਪਾਸੇ ਸ਼ੈਤਾਨ ਕਹਿੰਦਾ ਉਹ ਤੇਰੇ ਘਰੇ ਤਾਂ ਰਾਸ਼ਨ ਹੀ ਨਹੀਂ, 10,000 ਦਾ ਰਾਸ਼ਨ ਪਵਾ, 2 ਮਹੀਨੇ ਖਾਟਾ, ਉਹ ਨਾਲ ਮਾਸਟਰ ਨੂੰ ਕੀ ਪਤਾ ਲੱਗਣਾ? ਹਾਲੇਲੂਇਆ, ਤਾੜੀ ਲਾਓ ਜ਼ੋਰਦਾਰ। ਹਾਲੇਲੂਇਆ। ਕੋਈ ਇਤਰਾਜ਼ ਨਾ ਦੇ ਤੂੰ, ਉਹ ਮਾਸਟਰ ਨੂੰ ਕੀ ਪਤਾ ਲੱਗਣਾ? ਤਾਂ ਫਿਰ ਕੀ ਹੁੰਦਾ? ਫਿਰ ਫਾਈਟ ਹੁੰਦੀ ਆ ਅੰਦਰ ਅੰਦਰ, ਘਸੁੰਨ ਮੁੱਕੀਆਂ ਚੱਲ ਰਹੀਆਂ ਨੇ, ਮਨ ਦੀਆਂ ਵੀ ਤੇ ਆਤਮਾ ਦੀਆਂ ਵੀ। ਆਤਮਾ ਕਹਿ ਰਹੀ ਹੈ ਨਹੀਂ ਮੈਂ ਕੱਢਣਾ, ਮੈਂ ਵਫਾਦਾਰ ਰਹਿਣਾ ਪਰਮੇਸ਼ਰ ਦੇ ਨਾਲ। ਮਨ ਕਹਿੰਦਾ ਓਏ ਚੁੱਪ ਕਰ, ਕਿਹੜੀ ਵਫਾਦਾਰੀ ਦੀ ਗੱਲ ਕਰਦਾ, ਪੈਸਾ ਬਹੁਤ ਔਖਾ ਬਣਦਾ। ਮਨ ਦਾ ਵਕਾ ਲੈਂਦਾ ਆਤਮਾ ਨੂੰ, ਉਹ ਪੈਸਾ ਬੜਾ ਔਖਾ ਬਣਦਾ, ਚੁੱਪ ਕਰਦਾ, ਬਸ ਇੱਥੇ ਬਹਿ ਜਾ, ਨਹੀਂ ਦੇਣਾ। ਪਾਸਟਰ ਹੋਗੋ 100-200 ਨੂੰ ਮੁੱਠੀ ਬੰਦ ਕਰਕੇ ਦੇ ਦੇਵਾਂਗੇ। ਐਨੇ ਚ ਕਹਿੰਦਾ ਪ੍ਰਭੂ ਸਾਨੂੰ ਮਾਫ ਕਰੀ, ਤੈਨੂੰ ਪਤਾ ਹੈ ਮੇਰੀਆਂ ਨੂਡਲਾਂ ਜ਼ਰੂਰਤਾਂ ਕਿੰਨੀਆਂ ਨੇ। ਹਾਲੇਲੂਇਆ, ਹਾਲੇਲੂਇਆ। ਤਾਂ ਫਿਰ ਅਸੀਂ ਕੀ ਕਰਦੇ ਆ? ਜੇ ਤਾਂ ਮੇਰੇ ਪਿਆਰੋ ਭੈਣੋ ਤੇ ਭਰਾਵੋ, ਜੇ ਤੁਸੀਂ ਉਹ 10,000 ਕੱਢਿਆ ਹੁੰਦਾ ਤਾਂ ਪਰਮੇਸ਼ਰ ਤੁਹਾਨੂੰ 10 ਲੱਖ ਦੀ ਬਲੇਸਿੰਗ ਦੇਣ ਵਾਲਾ ਸੀ। ਹਾਲੇਲੂਇਆ, ਹਾਲੇਲੂਇਆ। ਤੁਸੀਂ ਆਪਣੇ ਪੈਰ ਤੇ ਘਲਾੜੀ ਆਪ ਮਾਰੀ ਹੈ, ਕਿਸੇ ਨੇ ਨਹੀਂ ਮਾਰੀ। ਜੇ ਅਸੀਂ ਗਰੀਬ ਹਾਂ ਤਾਂ ਅਸੀਂ ਆਪਣੀ ਮਰਜ਼ੀ ਦੇ ਨਾਲ ਗਰੀਬ ਹਾਂ, ਰੱਬ ਦੀ ਮਰਜ਼ੀ ਦੇ ਨਾਲ ਨਹੀਂ। ਜੇ ਤੁਸੀਂ ਉਹ 10,000 ਦਿੱਤਾ ਹੁੰਦਾ ਰੱਬ ਦੇ ਭਵਨ ਦੇ ਵਿੱਚ, ਪਰਮੇਸ਼ਰ ਨੇ ਤੁਹਾਨੂੰ ਲੱਖ ਰੁਪਇਆ ਕੱਢਣ ਵਾਲਾ ਬਣਾਉਣਾ ਸੀ। ਜੇ ਤੁਸੀਂ ਲੱਖ ਵੀ ਕੱਢੋਗੇ ਤਾਂ ਪਰਮੇਸ਼ਰ ਤੁਹਾਨੂੰ ਕਰੋੜ ਰੁਪਇਆ ਦੇਣ ਵਾਲਾ ਬਣਾਉਣਾ ਸੀ। ਮਾਜਨਾ ਸਿਰਫ ਇਹਨਾਂ ਕਹਾ ਵੀ ਤੁਹਾਡਾ ਕਿੰਨਾ ਕੁ ਹਾਜ਼ਮ ਹੈ ਰੱਬ ਨੂੰ ਦੇਣ ਦੇ ਲਈ। ਹਾਲੇਲੂਇਆ। ਜਾਂ ਤਾਂ ਤਾੜੀ ਲਾਓ, ਫਿਰ ਜਾਂ ਨਾ ਲਾਓ। ਮੈਂ ਕਿੰਨੀ ਵਾਰੀ ਗੱਲ ਦੱਸੀ ਹੈ, ਇੱਕ ਭੈਣ ਦੇ ਘਰੇ ਗਿਆ ਮੈਂ, ਇੱਕ ਭੈਣ ਦਾ ਬਹੁਤ ਮੰਦਾ ਹਾਲ ਸੀਗਾ ਉਹਦਾ, ਤੇ ਉਹ ਭੈਣ ਨੇ ਮੈਨੂੰ ਕਿਹਾ ਬੁਲਾ ਕੇ ਘਰੇ, ਪਾਸਟਰ ਜੀ ਤੁਸੀਂ ਘਰੇ ਆ ਕੇ ਜਾਓ। ਪਾਸਟਰ ਜੀ ਮੇਰਾ ਤਾਂ ਬਸ ਪੁੱਛੋ ਨਾ, ਨਹੀਂ ਮੈਂ ਮਰ ਜੂ। ਪਾਸਟਰ ਨੂੰ ਇਹ ਵੀ ਡਰ ਲੱਗਦਾ ਹੈ। ਹੁਣ ਪਾਸਟਰ ਕਿਸੇ ਨੂੰ ਮਾਰਦਾ ਤਾਂ ਹੈ ਨਹੀਂ, ਉਹਦਾ ਸਿੱਧਾ ਹੀ ਮੇਰੇ ਲਈ ਫੋਨ ਆਇਆ, ਪਾਸਟਰ ਜੀ ਮੇਰੇ ਘਰੇ ਆ ਕੇ ਜਾਓ ਨਹੀਂ ਤਾਂ ਮੈਂ ਮਰ ਜੂ। ਹੁਣ ਪਾਸਟਰ ਨੂੰ 36 ਕੰਮ ਹੋਰ ਵੀ ਨੇ, ਤੇ ਹੁਣ ਇੱਕ ਪਾਸੇ ਉਹ ਮਰ ਜੂਗੀ ਨਹੀਂ। ਹੁਣ 36 ਕੰਮ ਕੈਂਸਲ ਕਰਕੇ ਪਾਸਟਰ ਉਹਦੇ ਦੁੱਖ ਦੀ ਕਹਾਣੀ ਸੁਣਨ ਗਿਆ ਵੀ ਭਾਈ ਪਹਿਲਾਂ ਤੂੰ ਦੱਸ ਕਿਉਂ ਮਰਦੀ ਹੈ। ਪਾਸਟਰ ਜੀ ਮੇਰੇ ਤਾਂ ਘਰੇ ਖਾਣ ਨੂੰ ਕੁਛ ਹੈ ਨਹੀਂ। ਨਾ ਪਾਣੀ ਪੁੱਛਿਆ ਪਾਸਟਰ ਨੂੰ, ਨਾ ਚਾਹ ਪੁੱਛੀ, ਕਿਉਂਕਿ ਦੁੱਧ ਨਹੀਂ ਹੈਗਾ, ਨਾ ਮਿੱਠਾ ਹੈਗਾ, ਨਾ ਪੱਤੀ ਹੈਗੀ, ਸਿਲੰਡਰ ਨਹੀਂ ਭਰਿਆ। ਤੇ ਹੁਣ ਪਾਸਟਰ ਨੂੰ ਘਰੇ ਬੁਲਾ ਕੇ ਕਹਿ ਰਹੀ ਆ ਉਹ, ਤੇ ਪਾਸਟਰ ਜੀ ਮੈਂ ਤਾਂ ਮਰ ਗਈ, ਬਸ ਮੇਰਾ ਤਾਂ ਜੇ ਕੋਈ ਹਿੱਲਾ ਹੁੰਦਾ ਤਾਂ ਕਰ ਦੋ, ਨਹੀਂ ਫਿਰ ਮੈਂ ਤਾਂ ਗਈ। ਮਾਂ ਜੀ ਕੀ ਹੋ ਗਿਆ ਭੈਣ ਜੀ? ਪਾਸਟਰ ਜੀ ਮੁੰਡੇ ਨੂੰ ਬਾਹਰ ਗਏ ਨੂੰ 5 ਸਾਲ ਹੋ ਗਏ, ਕੁਛ ਨਹੀਂ ਭੇਜ ਰਿਹਾ, ਮੇਰੇ ਕੋਲ ਤਾਂ ਕੁਛ ਹੈ ਨਹੀਂ। ਮੈਂ ਤਾਂ ਉਹਦੇ ਸਿਰ ਤੇ ਧਾਰ ਰਾਸ਼ਨ ਵੀ ਚੱਕਣ ਲੱਗੀ, ਧਾਰ ਦੁੱਧ ਵਾਲੇ ਨਾਲ ਵੀ ਹੋ ਗਿਆ, ਧਾਰ ਸਾਰੇ ਕਾਸੇ ਨਾਲ ਹੋ ਗਿਆ। ਬਿਜਲੀ ਵਾਲੇ ਮੀਟਰ ਲੈ ਕੇ ਪੱਟ ਕੇ ਬਿਜਲੀ ਨਹੀਂ ਭਰੀਗੀ, ਮੀਟਰ ਨਹੀਂ, ਲਾਈਟ ਨਹੀਂ ਭਰੀਗੀ। ਤੇ ਹੁਣ ਤਾਂ ਮੇਰਾ ਮਨ ਤੇ ਹੀ ਲਾ ਰਿਹਾ, ਬੱਚੇ ਦਾ ਸਕੂਲ ਚ 9 ਕੱਟਦਾ,
ਤੇ ਹੁਣ ਮੈਂ ਕੀ ਕਰਾਂ? ਮੈਂ ਕਿਹਾ ਭੈਣੇ ਮੇਰੇ ਕੋਲ ਸੋਨਾ ਤੇ ਚਾਂਦੀ ਤਾਂ ਹੈ ਨਹੀਂ, ਪਾਪਰਸ ਦੀ ਤਰ੍ਹਾਂ ਮੈਂ ਕੱਢਾਂ ਤੇ ਤੇਰੀ ਮਦਦ ਕਰਦਾ ਵੀ ਲੈ ਫੜ ਭੈਣੇ ਵੇਚ ਕੇ ਇਹਨੂੰ ਕੰਮ ਚਲਾ ਲਈ, ਪਰ ਮੇਰੇ ਕੋਲ ਤਾਂ ਉਹ ਹੈ ਕਿ ਉਹਨੇ ਲੰਗੜੇ ਨੂੰ ਕਿਹਾ ਸੀ ਵੀ ਮੇਰੇ ਕੋਲ ਯਿਸੂ ਨਾਮ ਆ, ਤੂੰ ਖੜਾ ਹੋ ਜਾ। ਮੇਰੇ ਕੋਲ ਤਾਂ ਯਿਸੂ ਦਾ ਨਾਮ ਹੈ ਔਰ ਮੈਂ ਕਹਿੰਦਾ ਯਿਸੂ ਤੈਨੂੰ ਵੱਡੀ ਬਲੇਸਿੰਗ ਦੇ ਕੇ ਤੋਰੇਗਾ ਜੀ। ਹਾਲੇਲੂਇਆ ਹਾਲੇਲੂਇਆ। ਉਹ ਫਿਰ ਮੈਨੂੰ ਕਹਿ ਰਹੀ ਹੈ ਬਸ ਜੀ ਮੈਨੂੰ ਵੱਡੀ ਬਲੇਸਿੰਗ ਚਾਹੀਦੀ ਆ, ਹੁਣ ਛੋਟੀ ਨਾਲ ਮੇਰਾ ਕੁਝ ਨਹੀਂ ਬਣਨਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਖੁਦਾ ਦੇ ਅੱਗੇ ਅਸੀਂ ਵਰਤ ਰੱਖ ਕੇ ਪ੍ਰਾਰਥਨਾ ਕਰਾਂਗੇ ਭਾਈ, ਤੈਨੂੰ ਪਰਮੇਸ਼ਰ ਨੇ ਵੱਡੀ ਬਰਕਤ ਮੁਹੱਈਆ ਕਰਾ ਦੇਣੀ ਹੈ, ਤੇਰੇ ਲਈ ਰਾਸਤੇ ਖੋਲ ਦੇਣੇ ਨੇ। ਪਰ ਵਫਾਦਾਰ ਰਹੀ, ਰੱਬ ਨੇ ਨਾਲ 1-1 ਰੁਪਏ ਦਾ ਵਿਸ਼ਵਾਸ ਦੇਣਾ ਪੈਣਾ। ਉਹ ਕਰੇ ਨਾ ਪਾਸਟਰ ਜੀ ਕਿਹੜੀ ਗੱਲ ਕਰਦੇ ਤੁਸੀਂ? ਮੈਨੂੰ ਪਹਿਲਾਂ ਰੱਬ ਹੈ, ਮੈਨੂੰ ਜੱਗ ਥੋੜੀ ਹੈ, ਪਹਿਲਾਂ ਮੈਨੂੰ ਰੱਬ ਪਸੰਦ ਹੈ। ਲੈ ਜੇ ਮੈਨੂੰ ਰੱਬ ਦਊਗਾ ਮੈਂ ਦਊਂਗਾ ਹੀ ਨਾ ਰੱਬ ਨੂੰ ਕੁਛ, ਇਹ ਕਿਵੇਂ ਹੋ ਸਕਦਾ? ਪਾਸਟਰ ਜੀ ਕਮਾਲ ਹੈ, ਤੁਸੀਂ ਇਹ ਨਾ ਗੱਲ ਕਹੋ ਪਾਸਟਰ ਜੀ, ਵਿਸ਼ਵਾਸ ਤਾਂ ਮੈਂ ਪਹਿਲਾਂ ਨੱਚਦੀ ਆਉਂਗੀ। ਕਿਉਂ? ਫਸੀ ਹੋਈ ਸੀ ਕੜਿੱਕੀ ਦੇ ਵਿੱਚ। ਤੁਹਾਡੇ ਪਾਸਟਰ ਨੇ 3 ਦਿਨ ਵਰਤ ਰੱਖੇ, ਉਸ ਭੈਣ ਦਾ ਨਾਂ ਲੈ ਕੇ ਪ੍ਰਾਰਥਨਾ ਕੀਤੀ, ਮੈਂ ਪ੍ਰਭੂ ਉਹਦੀ ਅੱਖ ਦੇ ਉੱਤੋਂ ਹੰਝੂ ਪਹੁੰਚਦੇ ਯਾਰ, ਜੇ ਤੂੰ ਮੈਨੂੰ ਦਾਸ ਸਮਝਦਾ ਮੈਂ ਉਹਦੀ ਗਰੀਬੀ ਨੂੰ ਦੇਖ ਨਹੀਂ ਸਕਦਾ, ਉਹਨੂੰ ਬਣਾ ਦੇ ਯਾਰ ਕਾਸੇ ਜੋਗਾ, ਉਹਦੇ ਹੱਲ ਨੂੰ ਕਰਦੇ ਯਾਰ, ਕਿਧਰੋਂ ਹੱਲ ਉਹਦਾ, ਜਾਂ ਲੋਨ ਦਾ ਕਰਦੇ ਉਹਦਾ ਹੱਲ, ਜਾਂ ਕਿਧਰੋਂ ਪੈਸੇ ਆ ਜਾਣ। ਉਹ ਕੁਦਰਤੀ ਉਹਦੇ ਬਾਹਰ ਗਏ ਬੇਟੇ ਨੇ ਉਹਨੂੰ ਭੇਜ ਦਿੱਤਾ ਕੁਝ ਪੈਸੇ, ਮੇਰੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਗਿਣੇ ਹੋਏ। ਤੀਸਰੇ ਦਿਨ ਮੈਨੂੰ ਫੋਨ ਆ ਰਿਹਾ, ਪਾਸਟਰ ਜੀ ਹਾਂਜੀ ਬਸ ਜਲਦੀ ਘਰੇ ਆ ਕੇ ਜਾਓ, ਛੇਤੀ ਆ ਜਾਓ ਬਸ। ਮੈਂ ਹਾਂ ਪ੍ਰਭੂ ਲੱਗਦਾ ਵੀ ਤੈਨੇ ਬਰਕਤ ਦੇਤੀ, ਜਿਹੜਾ ਖੁਸ਼ੀ ਨਾਲ ਬੋਲ ਰਹੀ ਉਹ ਤਾਂ ਪਰਸੋਂ ਦਾ ਮਰਨ ਨੂੰ ਤਿਆਰ ਸੀ, ਉਹ ਤਾਂ ਕਹਿ ਰਹੀ ਸੀ ਮੈਂ ਮਰ ਜਾਣਾ ਜੇ ਤੁਸੀਂ ਨਾ ਆਏ। ਇਹਦਾ ਮਤਲਬ ਪ੍ਰਭੂ ਤੈਨੇ ਬਰਕਤ ਦੇਤੀ, ਪ੍ਰਭੂ ਤੂੰ ਬੜਾ ਮਹਾਨ ਹੈ। ਚਲੋ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਜਾ ਰਿਹਾ। ਤੇ ਹੁਣ ਉਹਨੇ ਜਦੋਂ ਘਰੇ ਗਏ ਤਾਂ ਉਹਨੇ ਟੇਬਲ ਤੇ ਲਗਾਏ ਹੋਏ ਆਹ ਵਧੀਆ ਵਧੀਆ ਸਮੋਸੇ ਜੇ ਸਜਾਏ ਹੋਏ, ਉਹਨਾਂ ਨੇ ਕਾਫੀ ਰੱਖੀ ਵੀ ਮੇਰੇ ਲਈ ਹੈਨਾ, ਤੇ ਖਾਣ ਪੀਣ ਨੂੰ ਵਧੀਆ ਸੀ ਸਾਰਾ ਕੁਝ, ਨਮਕੀਨ ਦੇ ਵਿੱਚ ਕਾਜੂ ਬਦਾਮ ਵੀ ਸੀ, ਤੇ ਬਹੁਤ ਮਤਲਬ ਅਮੇਜ਼ਿੰਗ ਸੀਗਾ ਉਹ ਖਾਣਾ ਪੀਣਾ। ਜਦੋਂ ਖਾਇਆ, ਮਾਂ ਪ੍ਰਭੂ ਤੇਰਾ ਧੰਨਵਾਦ ਕਰਦਾ ਯਾਰ, ਪਰਸੋਂ ਦਾ ਮੈਨੂੰ ਪਾਣੀ ਦਾ ਗਲਾਸ ਨਹੀਂ ਦਿੱਤਾ ਇਹਨੇ। ਹਾਲੇਲੂਇਆ। ਉਹ ਪ੍ਰਭੂ ਹਜੇ ਪਰਸੋਂ ਹੀ ਤਾਂ ਅੱਗੇ ਗਏ ਨੇ, ਮੈਨੂੰ ਪਾਣੀ ਦਾ ਗਲਾਸ ਤੱਕ ਨਹੀਂ ਦਿੱਤਾ, ਔਰ ਅੱਜ ਆਇਆ ਮੈਂ ਪ੍ਰਭੂ ਤੇਰਾ ਧੰਨਵਾਦ ਕਰਦੇ ਨੇ ਪੂਰਾ ਟੇਬਲ ਹੀ ਭਰਤਾ, ਮੈਥੋਂ ਤਾਂ ਖਾਇਆ ਨਹੀਂ ਜਾਣਾ। ਚਲੋ ਜਿੰਨੀ ਕੁ ਲੋੜ ਅਨੁਸਾਰ ਸੀ ਮੈਂ ਲਿਆ ਤੇ ਪ੍ਰਾਰਥਨਾ ਕੀਤੀ, ਪ੍ਰਭੂ ਦਾ ਧੰਨਵਾਦ ਕੀਤਾ। ਮੈਂ ਹਾਂਜੀ ਭੈਣੇ ਦੱਸੋ। ਉਹ ਫਿਰ ਆਵਾਜ਼ ਮਾਰਦੀ ਆ ਕੁੜੀ ਨੂੰ, ਛੋਟੀ ਉਹ ਲਿਆ ਚੱਕ ਕੇ। ਉਹਦਾ ਮਤਲਬ ਕੀ ਸੀ? ਪਾਰਸਲ ਲੈ ਕੇ ਆਓ, ਜਿਹੜੇ ਬਾਹਰੋਂ ਪੈਸੇ। ਉਹ ਲੜਕੀ ਲੈ ਕੇ ਆਈ, ਉਹਦੇ ਵਿੱਚ 1,80,000 ਪਹਿਲੀ ਉਹਨਾਂ ਨੇ ਗਿਣੇ ਹੋਏ ਮੇਰੇ ਹੱਥ ਤੇ ਰੱਖਦੇ, ਪਾਸੇ ਜੀ ਗਿਣੋ। ਮੈਂ ਕਿਹਾ ਜੀ ਕਿੰਨੇ ਨੇ? 1,80,000 ਪਾਸੇ ਜੀ, 1,80,000। ਸਾਡਾ 6 ਮਹੀਨੇ ਦਾ ਰਾਸ਼ਨ ਵਧੀਆ ਹੋਊਗਾ, 6 ਮਹੀਨੇ ਸਾਡੇ ਵਧੀਆ ਲੰਘ ਜਾਣਗੇ, ਉਸ ਤੋਂ ਬਾਅਦ ਦੇਖਾਂਗੇ ਕੀ ਹੋਣਾ। ਮੈਂ ਕਿਹਾ ਚਲੋ ਬਹੁਤ ਵਧੀਆ ਭੈਣ ਜੀ, ਰੱਬ ਦਾ ਧੰਨਵਾਦ ਕਰੋ, ਰੱਬ ਨੇ ਤੁਹਾਡੀ ਬਹੁਤ ਜਲਦੀ ਪ੍ਰਾਰਥਨਾ ਨੂੰ ਸੁਣਿਆ ਹੈ ਨਾ, ਔਰ ਅਸੀਂ ਤੁਹਾਡੇ ਲਈ ਵਰਤ ਰੱਖ ਕੇ ਪ੍ਰਾਰਥਨਾ ਕੀਤੀ, ਔਰ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣਦਾ। ਤੇ ਉਹ ਨਾਲ ਦੀ ਨਾਲ ਉਹ ਲੈ ਜਾਂਦੀ ਹੈ ਚੱਕ ਕੇ ਵਾਪਸ। ਫਿਰ ਹੁਣ ਅੰਦਰੋਂ ਕੁੜੀ ਉਹਨੂੰ ਸੈਨਾ ਮਾਰ ਰਹੀ ਹੈ ਵੀ ਪਾਸਟਰ ਨੂੰ ਕੀ ਦੇਣਾ। ਹੁਣ ਮਾਂ ਨਾਲੇ ਤਾਂ ਮੇਰੇ ਨਾਲ ਗੱਲਾਂ ਕਰ ਰਹੀ ਹੈ ਤੇ ਇਸ਼ਾਰੇ ਕਰ ਰਹੀ ਹੈ, ਬਸ 500 ਰੁਪਇਆ। ਉਹ ਮਾਂ ਦੀਆਂ ਅੱਖਾਂ ਮੇਰੇ ਵਿੱਚ ਨੇ ਤੇ ਇਸ਼ਾਰੇ ਆਪਣੀ ਕੁੜੀ ਨੂੰ ਕਰ ਰਹੀ, ਵਾਪਸ 5 ਉਂਗਲਾਂ ਦੇਖ ਲੈ ਕਿੰਨੀਆਂ ਨੇ, 5 ਬਸ। ਉਹ 500 ਰੁਪਇਆ ਲਿਆਂਦੀ ਆ ਹੁਣ ਕੁੜੀ, ਤੇ ਲਿਆ ਕੇ ਮੇਰੇ ਹੱਥ ਤੇ ਰੱਖ ਦਿੰਦੇ ਆ, ਮੁੱਠੀ ਬੰਦ ਕਰਕੇ। ਲਓ ਬਸ ਜੀ ਕਰੋ ਪ੍ਰਾਰਥਨਾ, ਤਾੜੀ ਲਗਾਓ ਜੀ। ਹਾਲੇਲੂਇਆ। ਤੇ 500 ਰੁਪਏ ਜਦੋਂ ਮੇਰੇ ਹੱਥ ਤੇ ਰੱਖਿਆ ਤਾਂ ਮੈਂ ਪ੍ਰਾਰਥਨਾ ਕੀਤੀ, ਮਾਂ ਪ੍ਰਭੂ ਤੇਰਾ ਧੰਨਵਾਦ। ਜਦੋਂ ਮੈਂ ਦੇਖਿਆ 500 ਰੁਪਏ, ਮੈਂ ਕਿਹਾ ਭੈਣੇ ਉਹ ਟਾਈਮ ਯਾਦ ਕਰ ਜਦੋਂ ਰੋਂਦੀ ਸੀ, ਜਦੋਂ ਕਹਿੰਦੀ ਸੀ ਪ੍ਰਭੂ ਹੁਣ ਮੈਨੂੰ ਵੱਡੀ ਬਰਕਤ ਚਾਹੀਦੀ ਹੈ। ਉਦੋਂ ਤੈਨੇ ਕੀ ਕਿਹਾ ਸੀ ਕਿ ਪ੍ਰਭੂ ਜੀ ਮੇਰਾ ਤਾਂ ਸਾਰਾ ਕੁਝ ਹੀ ਤੁਹਾਡਾ, ਜੇ ਤੂੰ ਮੈਨੂੰ ਦੇਂਗੇ ਤਾਂ ਮੈਨੂੰ ਹਰਜ ਕੀ ਹੈ ਤੁਹਾਨੂੰ ਦੇਣ ਦਾ। ਤੁਹਾਡੀ ਵਰਡਿੰਗ ਹੈ ਨਾ ਇਹ। ਤਾਂ ਹੁਣ ਰੱਬ ਦਾ ਵਿਸ਼ਵਾਸ ਕਿੰਨਾ ਬਣਦਾ? ਹੁਣ 1,80,000 ਦਾ ਵਿਸ਼ਵਾਸ ਕਿੰਨਾ ਬਣਦਾ? 18,000 ਬਣਦਾ ਪੂਰਾ। ਉਹਨੇ ਦਿੱਤੇ ਕਿੰਨੇ? 500। ਚੋਰੀ ਕਿੰਨੀ ਕੀਤੀ? 17.5 ਦੀ। ਮੈਨੇ 500 ਵੀ ਰੱਖਦਾ। ਮੈਂ ਭੈਣੇ ਰੱਬ ਮਜ਼ਾਕ ਨਹੀਂ ਹੈਗਾ, ਰੱਬ ਖੇਡ ਨਹੀਂ। ਜੋ ਦੇਣ ਜਾਣਦਾ ਤਾਂ ਖੋਣ ਵੀ ਜਾਣਦਾ, ਸਮਝ ਰਹੇ ਹੋ ਨਾ।
ਜੇ ਉਹ ਤੁਹਾਨੂੰ ਦੇਣ ਜਾਣਦਾ, ਤੁਹਾਨੂੰ ਬਰਕਤ ਦੇਣ ਜਾਣਦਾ, ਤਾਂ ਤੁਹਾਡੇ ਤੋਂ ਖੋਣ ਵੀ ਜਾਣਦਾ। ਉਹ ਮੈਨੂੰ ਨਹੀਂ ਚਾਹੀਦੇ ਤੁਹਾਡੇ 500 ਰੁਪਏ, ਜਾਂ ਤਾਂ ਰੱਬ ਦਾ ਪੂਰਾ ਵਾਅਦਾ ਕਰ, ਨਹੀਂ ਫਿਰ ਉਹਦੇ ਨਾਲ ਵਾਅਦਾ ਹੀ ਨਾ ਕਰਦੇ। ਫਿਰ ਉਹਨੇ 17,500 ਦੇ ਤਾਂ ਦਿੱਤਾ। ਉਹਦੇ ਮੂੰਹ ਦਾ ਰੰਗ ਫਿਰ ਦੇਖਣ ਵਾਲਾ ਸੀ, ਲਾਚਾਰੀ ਨਾਲ ਦਿੱਤਾ। ਹਾਲੇਲੂਇਆ। ਲਾਚਾਰੀ ਨਾਲ ਦਿੱਤਾ, ਕਾਇਨ ਦੀ ਤਰ੍ਹਾਂ ਦਿੱਤਾ। ਰੱਬ ਨੂੰ ਪਸੰਦ ਨਹੀਂ ਆਇਆ। ਜੋ ਖੁਸ਼ੀ ਨਾਲ ਕਹਿੰਦੀ ਕਿ ਪਾਸਟਰ ਜੀ ਆ ਮੇਰੇ ਕੋਲ ਇੰਨੇ ਪੈਸੇ ਆ ਗਏ, ਆ ਮੈਂ ਖੁਦਾ ਦਾ ਪਹਿਲਾ ਵਿਸ਼ਵਾਸ ਕਰਦੀ ਹਾਂ ਕਿ ਖੁਦਾ ਦੇ ਦਾਸ ਨੇ ਮੇਰੇ ਲਈ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਔਰ ਰੱਬ ਨੇ ਮੇਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਕੀਤਾ। ਹਾਲੇਲੂਇਆ। ਮੇਰੇ ਪਿਆਰਿਓ, ਅੱਗੇ ਪੜ੍ਹਦੇ ਬੇਟਾ ਇਹੀ ਵਚਨ। ਉਹ ਤੁਸੀਂ ਸ਼ਰਾਬੀਆਂ ਦੇ ਸ਼ਰਾਬੀ ਹੋਏ। ਕਹਿੰਦਾ ਫੇਰ ਤੁਸੀਂ ਸ਼ਰਾਬੀਆਂ ਦੇ ਸ਼ਰਾਬੀ ਹੋਏ ਜਦੋਂ ਤੁਸੀਂ ਦਸਵਾਂਸ ਨਹੀਂ ਕੱਢਦੇ। ਅੱਗੇ ਤੁਸੀਂ ਮੈਨੂੰ ਠੱਗਦੇ ਹੋ। ਹਾਂ, ਸੰਗੋ ਸਾਰੀ ਕੌਮ ਦੀ। ਕਹਿੰਦੇ ਤੁਸੀਂ ਵੀ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਠੱਗਦੀ ਆ। ਜਿਹੜੇ ਪਰਮੇਸ਼ਰ ਨੂੰ ਠੱਗਦੇ ਨੇ ਉਹ ਅੱਜ ਡਾਕਟਰਾਂ ਦੇ ਕੋਲ ਭੱਜੇ ਫਿਰਦੇ ਨੇ। ਹਾਲੇਲੂਇਆ। ਦਵਾਈਆਂ ਨਾਲ ਜੇਬਾਂ ਡੱਕੀਆਂ ਪਈਆਂ ਨੇ ਉਹਨਾਂ ਦੀਆਂ। ਕਿਉਂ? ਪੈਸਾ ਡਾਕਟਰਾਂ ਦੇ ਕੋਲ ਜਾ ਰਿਹਾ। ਮੈਂ ਮਾੜਾ ਨਹੀਂ ਬੋਲ ਰਿਹਾ ਕਿਸੇ ਨੂੰ, ਕਿਉਂਕਿ ਸਾਨੂੰ ਨਹੀਂ ਪਤਾ ਵੀ ਅਸੀਂ ਇਹ ਸ਼ਰਾਬ ਕਿੱਥੋਂ ਲਏ ਨੇ ਔਰ ਸਾਡੀ ਕਮਾਈ ਕਿੱਧਰ ਜਾ ਰਹੀ ਹੈ। ਪੈਸਾ ਆਂਦਾ ਵੀ ਬੜਾ ਤੇ ਲੇਕਿਨ ਪਤਾ ਨਹੀਂ ਲੱਗਦਾ ਕਿੱਥੇ ਗਿਆ। ਉਹ ਪਤਾ ਕਿਉਂ ਲੱਗੂਗਾ? ਰੱਬ ਦੇ ਨਾਮ ਦਾ ਤਾਂ ਕੱਢੇ ਹੀ ਨਹੀਂ ਕਦੇ। ਅੱਗੇ ਪੜ੍ਹਦੇ ਬੇਟਾ। ਉਹ ਸਾਰੇ ਦਸਵੰਧ ਮੇਰੇ ਮੋਦੀਖਾਨੇ ਵਿੱਚ ਲਿਆਓ। ਹਾਂ, ਪਰਮੇਸ਼ਰ ਜੀ ਕੀ ਕਰ ਰਹੇ ਨੇ? ਕਹਿੰਦਾ ਉਹ ਸਾਰੇ ਦਸਵੰਧ ਮੇਰੇ ਮੋਦੀਖਾਨੇ ਵਿੱਚ ਲਿਆਓ। ਹੁਣ ਮੋਦੀਖਾਨਾ ਕੌਣ ਹੈ? ਹੁਣ ਤੁਸੀਂ ਕਿਹੜੇ ਮੋਦੀਖਾਨੇ ਵਿੱਚ ਬੈਠੇ ਹੋ? ਇੱਥੇ ਤੁਸੀਂ ਰੱਬ ਦੇ ਮੋਦੀਖਾਨੇ ਵਿੱਚ ਬੈਠੇ ਹੋ ਇੱਥੇ। ਹਾਲੇਲੂਇਆ। ਜਿਹਦੇ ਮੋਦੀਖਾਨੇ ਵਿੱਚ? ਰੱਬ। ਔਰ ਤੁਸੀਂ ਰੱਬ ਦੇ ਮੋਦੀਖਾਨੇ ਵਿੱਚ ਬੈਠੇ ਹੋ ਜਿਹਦੇ ਦੁਆਰਾ ਤੁਹਾਨੂੰ ਕਲਾਮ ਸੁਣਾ ਕੇ ਤੁਹਾਨੂੰ ਸਵਰਗ ਤੱਕ ਲੈ ਕੇ ਜਾਣਾ ਅਸੀਂ। ਹਾਲੇਲੂਇਆ। ਹਾਲੇਲੂਇਆ। ਕਿੱਥੇ ਲੈ ਕੇ ਜਾਣਾ? ਸਵਰਗ। ਕਹਿੰਦਾ ਸਾਰੇ ਦਸਵਾਂਸ ਮੇਰੇ ਮੋਦੀਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਕੀ ਹੋਵੇ? ਉਹਦੇ ਭਵਨ ਦੇ ਵਿੱਚ ਭੋਜਨ ਹੋਵੇ। ਕੀ ਹੋਵੇ? ਹੁਣ ਜਦੋਂ ਤੁਸੀਂ ਇੱਥੋਂ ਜਾਓਗੇ ਤਾਂ ਤੁਹਾਨੂੰ ਚਾਹ ਵੀ ਮਿਲਣੀ ਹੈ, ਗਰਮ ਗਰਮ ਮੱਠੀਆਂ ਵੀ ਮਿਲਣਗੀਆਂ, ਤੁਹਾਨੂੰ ਰਸ ਵੀ ਮਿਲਣਗੇ, ਕਈ ਵਾਰੀ ਚਾਵਲ ਵੀ ਮਿਲਦੇ ਨੇ, ਕਈ ਵਾਰੀ ਰੋਟੀ ਵੀ ਮਿਲਦੀ ਹੈ। ਉਹ ਮੇਰੇ ਡੈਡੀ ਦੀ ਫੈਕਟਰੀ ਥੋੜੀ ਲੱਗੀ ਹੋਈ ਹੈ। ਉਹ ਕਿਹਦੇ ਪੈਸੇ ਨਾਲ ਆਉਂਦਾ ਸਾਰਾ ਕੁਝ? ਤੁਹਾਡੇ ਪੈਸਿਆਂ ਦਾ। ਕਿਉਂਕਿ ਤੁਸੀਂ ਕਿਹੜੇ ਮੋਦੀਖਾਨੇ ਦੇ ਵਿੱਚ ਆਪਣਾ ਦਸਵਾਂਸ ਦਿੰਦੇ ਹੋ? ਇਸ ਜਗ੍ਹਾ ਤੇ ਤੁਹਾਡਾ ਦਸਵਾਂਸ ਆਉਂਦਾ ਤਾਂ ਤੁਹਾਡੇ ਵਿੱਚ ਹੀ ਟ੍ਰਾਂਸਫਰ ਕੀਤਾ ਜਾਂਦਾ, ਤੁਹਾਡੇ ਲਈ ਹੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ। ਅੱਗੇ ਪੜ੍ਹ ਦੋ ਬੇਟਾ। ਫਿਰ ਪਰਮੇਸ਼ਰ ਕੀ ਕਰਦਾ? ਅਤੇ ਉਸ ਨਾਲ ਮੈਨੂੰ ਜਰਾ ਪਰਤਿਆਓ। ਹਾਂ, ਪਰਮੇਸ਼ਰ ਕੀ ਕਹਿੰਦਾ? ਸਾਰਾ ਦਸਵੰਧ ਮੇਰੇ ਮੋਦੀਖਾਨੇ ਵਿੱਚ ਲਿਆ ਕੇ ਮੈਨੂੰ ਇੱਕ ਵਾਰੀ ਪਰਖ ਕੇ ਦੇਖੋ। ਸੈਨਾ ਦਾ ਯਹੋਵਾ ਆਖਦਾ ਹੈ ਹਾਂ ਕਿ ਮੈਂ ਤੁਹਾਡੇ ਲਈ ਆਕਾਸ਼ ਦੀ ਖਿੜਕੀਆਂ ਖੋਲਦਾ ਹਾਂ। ਕਿ ਨਹੀਂ? ਪੜ੍ਹਦੇ ਹੈ ਕਿ ਨਹੀਂ? ਕਿ ਨਹੀਂ? ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਕਹਿੰਦਾ ਮੈਨੂੰ ਇੱਕ ਵਾਰੀ ਪਰਖ ਕੇ ਤੇ ਦੇਖ ਕਿ ਮੈਂ ਤੇਰੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ। ਤੁਸੀਂ ਪਰਖ ਕੇ ਦੇਖਣਾ ਚਾਹੁੰਦੇ ਹੋ ਪਰਮੇਸ਼ਰ ਨੂੰ? ਬੋਲੋ। ਹੁਣ ਉਹ ਭਾਈ ਬੈਠਿਆ ਪੁਲਿਸ ਵਾਲਾ, ਡਾਕਟਰ ਨੇ ਕਿਹਾ ਸੀ ਵੀ ਇਹਦਾ ਚੂੜਾ ਨਵਾਂ ਪਏਗਾ। ਕੀ ਪਏਗਾ? ਚੂੜਾ। ਹਾਲੇਲੂਇਆ। ਡਾਕਟਰ ਨੇ ਕਿਹਾ ਸੀ ਵੀ ਇਹਦਾ ਚੂੜਾ ਨਵਾਂ ਪਏਗਾ। ਲੇਕਿਨ ਜਦੋਂ ਹੀ ਇਸ ਬੰਦੇ ਨੇ ਆਪਣੀ ਪਵਿੱਤਰ ਨੇਕ ਕਮਾਈ ਦੇ ਵਿੱਚੋਂ ਦਸਵਾਂਸ ਇਸ ਜਗ੍ਹਾ ਤੇ ਦਿੱਤਾ, ਮੈਨੂੰ ਕਹਿੰਦੇ ਪਾਸਟਰ ਜੀ ਇਹ ਮੇਰਾ ਦਸਵਾਂਸ ਹੈ। ਜਿੱਦੇ ਦਾ ਦਸਵਾਂਸ ਦੇ ਕੇ ਗਏ ਨੇ ਉਹਦੇ ਦੇ ਬਿਨਾਂ ਛੋਟੀ ਤੋਂ ਆਉਂਦੇ ਨੇ ਇਸ ਜਗ੍ਹਾ ਤੇ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਡਾਕਟਰਾਂ ਨੇ ਕੀ, ਪਰਮੇਸ਼ਰ ਨੇ ਕਿਹਦੇ ਰਾਸਤੇ ਬੰਦ ਕਰਤੇ? ਬੋਲੋ ਕਿਹਦੇ ਰਾਸਤੇ? ਡਾਕਟਰਾਂ ਦੇ ਰਾਸਤੇ ਬੰਦ ਕਰਤੇ। ਇਹ ਹੁਣ ਤੁਹਾਡੇ ਉੱਤੇ ਡਿਪੈਂਡਡ ਹੈ ਕਿ ਅਸੀਂ ਕਰਨਾ ਕੀ ਚਾਹੁੰਦੇ ਆ। ਹਾਲੇਲੂਇਆ। ਇਹ ਸਾਡੇ ਉੱਤੇ ਡਿਪੈਂਡਡ ਹੈ ਵੀ ਅਸੀਂ ਪਰਮੇਸ਼ਰ ਤੋਂ ਕੰਮ ਕਿਹੜਾ ਕਰਵਾਉਣਾ ਚਾਹੁੰਦੇ। ਹੁਣ ਤੁਹਾਨੂੰ ਦੱਸਦਾ ਵੀ ਜਿਹੜੇ ਭੈਣ ਭਰਾ ਬਰਕਤਾਂ ਲੈ ਜਾਂਦੇ ਨੇ ਉਹ ਕਿਉਂ ਲੈ ਜਾਂਦੇ ਨੇ, ਜਿਹੜੇ ਰਹਿ ਜਾਂਦੇ ਨੇ ਉਹ ਕਿਉਂ ਰਹਿ ਜਾਂਦੇ ਨੇ। ਪੜ੍ਹਦੇ ਬੇਟਾ ਅੱਗੇ ਵਚਨ। ਭਾਈ ਤੁਹਾਡੇ ਲਈ ਬਰਕਤ ਬਰਾਵਾਂ ਹਾਂ ਇਥੋਂ ਦੀ ਕੀ ਉਹਦੇ ਲਈ ਥਾਂ ਨਾ ਹੋਵੇਗਾ। ਹਾਂ, ਹੁਣ ਉਹਨਾਂ ਭੈਣ ਭਰਾਵਾਂ ਦੇ ਲਈ ਬਰਕਤ ਬਣਾਉਂਦਾ ਪਰਮੇਸ਼ਰ ਜਿਹੜੇ ਦਸਵਾਂਸ ਤੇ ਭੇਟਾ ਟਾਈਮ ਟੂ ਟਾਈਮ ਪਰਮੇਸ਼ਰ ਨੂੰ ਅਰਪਣ ਕਰਦੇ ਨੇ, ਉਹਦੇ ਭਵਨ ਦੇ ਵਿੱਚ ਅਰਪਣ ਕਰਦੇ ਨੇ। ਹਾਲੇਲੂਇਆ। ਹਾਲੇਲੂਇਆ। ਫਿਰ ਉਹਨਾਂ ਨੂੰ ਬਲੇਸਿੰਗ ਦਿੰਦਾ ਪਰਮੇਸ਼ਰ, ਬਾਕੀਆਂ ਨੂੰ ਕਿਉਂ ਨਹੀਂ ਦਿੰਦਾ? ਸੁਣਨਾ ਚਾਹੁੰਦੇ ਹੋ ਕਿਉਂ ਨਹੀਂ ਦਿੰਦਾ? ਲੈ ਪੜ੍ਹਦੇ ਬੇਟਾ। ਫਿਰ ਵਿਵਸਥਾ ਸਾਰ ਦੀ ਕਿਤਾਬ ਉਹਦੀ 28 ਦੇ ਉਹਦੀ 32 ਤੋਂ 35।
ਤੁਹਾਡੇ ਧੀਆਂ ਪੁੱਤਰ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ। ਹੁਣ ਸੁਣ ਲਓ ਮੇਰੀ ਗੱਲ ਨੂੰ। ਕਿਹੜੇ ਲੋਕ ਨੇ ਇਹ? ਜਿਹੜੇ ਦਸਵਾਂਸ ਨਹੀਂ ਕੱਢਦੇ, ਜਿਹੜੇ ਭੇਟਾ ਨਹੀਂ ਕੱਢਦੇ। ਫਿਰ ਪਰਮੇਸ਼ਰ ਦਾ ਵਚਨ ਕਹਿੰਦਾ ਤੁਹਾਡੇ ਧੀਆਂ ਤੇ ਪੁੱਤਰ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ। ਦੂਜੇ ਲੋਕ ਕੌਣ ਨੇ? ਡਾਕਟਰ ਲੋਕ ਨੇ। ਕੌਣ ਨੇ ਦੂਜੇ ਲੋਕ? ਡਾਕਟਰ ਲੋਕ ਨੇ। ਹਾਂ, ਅੱਗੇ। ਅਤੇ ਤੁਹਾਡੀਆਂ ਅੱਖਾਂ ਉਹਨਾਂ ਉੱਤੇ ਸਾਰਾ ਦਿਨ ਵੇਖ-ਵੇਖ ਅਤੇ ਲੋਚ-ਲੋਚ ਤਰਸ ਜਾਣਗੀਆਂ। ਹਾਂ, ਅੱਗੇ। ਪਰ ਤੁਹਾਡੇ ਹੱਥਾਂ ਵਿੱਚ ਕੋਈ ਜ਼ੋਰ ਨਾ ਹੋਵੇਗਾ। ਹਾਲੇਲੂਇਆ। ਤੁਸੀਂ ਚਾਹੁੰਦੇ ਵੀ ਏਦਾਂ ਦੀ ਨੌਬਤ ਸਾਡੇ ਉੱਤੇ ਕ੍ਰੀਏਟ ਹੋਵੇ? ਕੌਣ ਚਾਹੁੰਦਾ ਕਿ ਮੈਂ ਆਪਣੇ ਧੀਆਂ ਤੇ ਪੁੱਤਰਾਂ ਨੂੰ ਦੇਖਦਾ ਰਹਾ ਤੇ ਲੋਚਦਾ ਰਹਾ ਵੀ ਅੱਜ ਵੀ ਠੀਕ ਹੁੰਦੇ ਨੇ, ਕੱਲ ਨੂੰ ਵੀ ਠੀਕ ਹੁੰਦੇ ਨੇ? ਕਹਿੰਦਾ ਤੁਸੀਂ ਦੇਖਦੇ ਰਹੋਗੇ, ਲੋਚਦੇ ਰਹੋਗੇ, ਪਰ ਤੁਹਾਡੇ ਹੱਥਾਂ ਵਿੱਚ ਜ਼ੋਰ ਨਹੀਂ ਹੋਊਗਾ ਕੋਈ। ਤੁਸੀਂ ਕਰ ਨਹੀਂ ਸਕਣਾ ਕੁਝ ਵੀ ਅਸੀਂ ਕੁਝ ਕਰ ਲਈਏ। ਕਿ ਤੁਸੀਂ ਚਾਹੁੰਦੇ ਵੀ ਏਦਾਂ ਦੇ ਭਿਆਨਕ ਸਮੇਂ ਸਾਡੇ ਉੱਤੇ ਆਉਣ? ਚਾਹੁੰਦਾ ਕੋਈ? ਸਾਰੇ ਕਹਿੰਦੇ ਨੇ ਕਿ ਮੇਰੇ ਉੱਤੇ ਖੁਸ਼ੀ ਦਾ ਦਿਨ ਆਵੇ, ਮੇਰੇ ਧੀਆਂ ਦੇ ਪੁੱਤਰ ਆਜ਼ਾਦ ਰਹਿਣ। ਚਾਹੁੰਦੇ ਹੋ ਤੁਸੀਂ ਆਜ਼ਾਦ ਰੱਖਣਾ? ਕੌਣ ਕੌਣ ਚਾਹੁੰਦਾ ਕਿ ਮੇਰੇ ਧੀਆਂ ਦੇ ਪੁੱਤਰ ਆਜ਼ਾਦ ਰਹਿਣ? ਜਿਹੜੇ ਚਾਹੁੰਦੇ ਨੇ ਆਜ਼ਾਦ ਰਹਿਣ ਤਾਂ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਸਾਰਾ ਦਸਵਾਂਸ ਮੇਰੇ ਮੋਤੀ ਖਾਨੇ ਵਿੱਚ ਲਿਆਓ ਤੇ ਉਸੇ ਨਾਲ ਮੈਨੂੰ ਜਰਾ ਪਰਖ ਕੇ ਦੇਖੋ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ। ਹਾਲੇਲੂਇਆ। ਜੇ ਤੁਸੀਂ ਆਕਾਸ਼ ਦੀਆਂ ਖਿੜਕੀਆਂ ਖਲਵਾਉਣਾ ਚਾਹੁੰਦੇ ਹੋ ਤਾਂ ਫਿਰ ਉਹਦਾ ਦਸਵਾਂਸ ਤੇ ਭੇਟਾ ਲੈ ਕੇ ਆਣੀ ਪੈਣੀ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਮੈਂ ਤੈਨੂੰ ਇੰਨੀ ਬਰਕਤ ਦੇ ਦੂੰਗਾ, ਉਹਦੇ ਰੱਖਣ ਲਈ ਥਾਂ ਨਾ ਹੋਏਗਾ। ਕੀ ਨਹੀਂ ਹੋਏਗਾ ਉਹਦੇ ਰੱਖਣ ਲਈ? ਤੁਸੀਂ ਚਾਹੁੰਦੇ ਹੋ ਵੀ ਸਾਡੀ ਜਗ੍ਹਾ ਥੋੜੀ ਪੈ ਜਾਵੇ? ਹਾਲੇਲੂਇਆ। ਅੱਜ ਬਿਮਾਰੀਆਂ ਦਾ ਖਾਤਮਾ ਉਦੋਂ ਹੋਣਾ ਜਦੋਂ ਤੁਸੀਂ ਅੱਜ ਰੱਬ ਦੇ ਨਾਲ ਵਾਅਦਾ ਕਰ ਲਿਆ ਕਿ ਲੈ ਪ੍ਰਭੂ ਅੱਜ ਮੈਂ ਦਸਵਾਂਸ ਤੇ ਆਪਣੇ ਜੀਵਨ ਦਾ ਦਸਵਾਂਸ ਮੈਂ ਤੈਨੂੰ ਦੇ ਕੇ ਜਾਣਾ। ਬੋਲੋ ਮੇਰੇ ਪਿੱਛੇ ਪਿਤਾ ਪਰਮੇਸ਼ਰ ਜੀ, ਅਸੀਂ ਆਪਣਾ ਸਰੀਰ ਦਾ ਦਸਵਾਂਸ, ਧਰਤੀ ਦਾ ਦਸਵਾਂਸ ਸਭ ਤੇਰੇ ਭਵਨ ਦੇ ਵਿੱਚ ਲੈ ਕੇ ਆਵਾਂਗੇ, ਜਿਹਦੇ ਨਾਲ ਤੁਸੀਂ ਸਾਨੂੰ ਆਜ਼ਾਦ ਕਰੋਗੇ, ਸਾਡੇ ਸ਼ਰਾਪਾਂ ਨੂੰ ਤੋੜੋਗੇ, ਸਾਨੂੰ ਬਰਕਤਾਂ ਨਾਲ ਭਰੋਗੇ, ਸਾਨੂੰ ਉੱਚੀਆਂ ਕਰੋਗੇ ਯਿਸੂ ਦੇ ਨਾਮ ਦੇ ਵਿੱਚ। ਆਮੀਨ। ਅੱਗੇ ਵਚਨ ਪੜ੍ਹਦੇ ਬੇਟਾ, ਇਹ ਸੁਣੋ ਧਿਆਨ ਨਾਲ। ਉਹ ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ। ਸੁਣੋ ਪਰਮੇਸ਼ਰ ਜੀ ਕੀ ਕਹਿ ਰਹੇ ਨੇ। ਕਹਿੰਦਾ ਸਭ ਤੋਂ ਪਹਿਲਾਂ ਜਿਹੜੇ ਦਸਵਾਂਸ ਨਹੀਂ ਕੱਢਣਗੇ ਉਹਨਾਂ ਦੇ ਜੀਵਨਾਂ ਦੇ ਵਿੱਚੋਂ ਪਰਮੇਸ਼ਰ ਨੇ ਉਹਨਾਂ ਦੇ ਧੀਆਂ ਦੇ ਪੁੱਤਰਾਂ ਦੇ ਉੱਤੇ ਇਦਾਂ ਦੀਆਂ ਬਿਮਾਰੀਆਂ ਪਾ ਦੇਣੀਆਂ ਨੇ ਕਿ ਤੁਹਾਡੀਆਂ ਅੱਖਾਂ ਦੇਖ ਦੇਖ ਕੇ ਤਰਸ ਜਾਣਗੇ, ਪਰ ਤੁਸੀਂ ਕਰ ਕੁਛ ਨਹੀਂ ਸਕਦੇ, ਕਰ ਨਹੀਂ ਕੁਛ ਸਕਦੇ, ਤੁਸੀਂ ਲੋਚ ਲੋਚ ਕੇ ਤਰਸ ਜਾਣਗੀਆਂ। ਅੱਗੇ। ਉਹ ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਖਾਣਗੇ। ਕੌਣ ਖਾਣਗੇ? ਬੋਲੋ। ਤੁਸੀਂ ਖਵਾਉਣਾ ਚਾਹੁੰਦੇ ਹੋ ਕਿਸੇ ਨੂੰ? ਜਦੋਂ ਸਾਡੀ ਕੋਈ ਹੱਕ ਦੀ ਕਮਾਈ ਖਾ ਜਾਂਦਾ ਨਾ ਬੜਾ ਦਰਦ ਹੁੰਦਾ ਨਾ ਸਭ ਨੂੰ। ਕਿੰਨਾ ਲੋਕਾਂ ਦੀਆਂ ਕਮਾਈਆਂ ਖਾਈਆਂ ਜਾ ਰਹੀਆਂ ਨੇ, ਅੱਜ ਸਮਝਣ ਦੀ ਜ਼ਰੂਰਤ ਹੈ ਮੇਰੇ ਭੈਣੋ ਤੇ ਭਰਾਵੋ। ਪਰਮੇਸ਼ਰ ਕਹਿੰਦਾ ਜਿਹੜੇ ਦਸਵਾਂਸ ਨਹੀਂ ਕੱਢਦੇ, ਜਿਹੜੇ ਭੇਟਾਂ ਨਹੀਂ ਦਿੰਦੇ, ਫਿਰ ਮੈਂ ਉਹਨਾਂ ਦੇ ਧੀਆਂ ਤੇ ਪੁੱਤਰਾਂ ਨੂੰ ਐਸੀ ਵਿਪਤਾ ਦੇ ਵਿੱਚ ਪਾ ਦਾਂਗਾ ਕਿ ਤੁਸੀਂ ਦੇਖ ਦੇਖ ਕੇ ਲੋਚ ਲੋਚ ਕੇ ਤਰਸ ਜਾਓਗੇ, ਪਰ ਤੁਹਾਡੇ ਹੱਥਾਂ 'ਚ ਜ਼ੋਰ ਨਹੀਂ ਹੋਊਗਾ ਕਿ ਤੁਸੀਂ ਇਹਨੂੰ ਬਚਾ ਲਵੋਗੇ। ਤੁਹਾਡੀ ਮਾਲ ਡੰਗਰ ਪਸ਼ੂਆਂ ਦਾ, ਤੁਹਾਡੇ ਖੇਤੀ ਦਾ ਫਲ ਉਹ ਲੋਕ ਖਾਣਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ। ਤੁਸੀਂ ਚਾਹੁੰਦੇ ਹੋ ਕਿ ਸਾਡੀ ਮਾਲ ਡੰਗਰ ਖੇਤੀ ਦਾ ਫਲ ਉਹ ਲੋਕ ਖਾਣ ਜਿਨ੍ਹਾਂ ਨੂੰ ਜਾਣਦੇ ਨਹੀਂ? ਚਾਹੁੰਦਾ ਕੋਈ? ਜੇ ਉਹ ਲੋਕ ਖਾਣਗੇ ਤਾਂ ਵਾਪਸ ਨਹੀਂ ਮੁੜ ਕੇ ਆਉਣਗੇ, ਉਲਟਾ ਕੰਗਾਲ ਹੋ ਜਾਓਗੇ। ਲੇਕਿਨ ਜਦੋਂ ਰੱਬ ਦੇ ਘਰੇ ਜਾਣਗੇ ਤਾਂ ਉਲਟਾ ਤੁਹਾਨੂੰ 1000 ਗੁਣਾ ਹੋ ਕੇ ਮਿਲਣਗੇ ਤੇ ਬਹਾਲ ਹੋ ਜਾਓਗੇ। ਹਾਲੇਲੂਇਆ। ਤੁਹਾਡੇ ਹੱਥ ਵਿੱਚ ਦੋਨੇ ਪ੍ਰਕਾਰ ਦਾ ਲੱਡੂ ਹੈ। ਆਪਣਾ ਪੈਸਾ ਉਹਨਾਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਜਿਹੜੇ ਜਾਣਦੇ ਨੇ, ਉਹ ਖੋਣਗੇ, ਜਾਂ ਤੁਸੀਂ ਆਪਣਾ ਪੈਸਾ ਰੱਬ ਨੂੰ ਦੇਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣਾ ਜੀਵਨ ਰੱਬ ਨੂੰ ਦੇਣਾ ਚਾਹੁੰਦੇ ਹੋ, ਜਾਂ ਆਪਣੇ ਮਾਲ ਡੰਗਰ ਪਸ਼ੂਆਂ ਦਾ ਤੁਸੀਂ ਦਸਵਾਂਸ ਰੱਬ ਨੂੰ ਦੇਣਾ ਚਾਹੁੰਦੇ ਹੋ, ਜਾਂ ਆਪਣੇ ਮਾਲ ਡੰਗਰ ਖੇਤੀ ਦਾ ਦਸਵੰਧ ਤੁਸੀਂ ਰੱਬ ਨੂੰ ਦੇਣਾ ਚਾਹੁੰਦੇ ਹੋ। ਇੱਥੇ ਪਰਮੇਸ਼ਰ ਨੇ ਧਰਤੀ ਦੇ ਉੱਤੇ ਕਿਹਾ, ਕਹਿੰਦਾ ਇਸ ਜਗ੍ਹਾ ਤੇ ਧਰਤੀ ਦੇ ਉੱਤੇ ਜਿਹੜਾ ਸੋਟੇ ਦੇ ਨੀਚੇ ਹਰੇਕ ਕਾਸੇ ਦਾ ਦਸਵੰਧ ਦੇਣਾ। ਯਾਕੂਬ ਨੇ ਕੀ ਕਿਹਾ ਸੀ ਪਰਮੇਸ਼ਰ ਨੂੰ? ਯਾਕੂਬ ਨੇ ਕਿਹਾ ਸੀ, ਕਹਿੰਦਾ ਪਰਮੇਸ਼ਰ ਜੇ ਤੂੰ ਮੈਨੂੰ ਸੰਭਾਲ ਕੇ ਰੱਖੇ, ਕੀ ਕਿਹਾ ਸੀ? ਜੇ ਤੂੰ ਮੈਨੂੰ ਸੰਭਾਲ ਕੇ ਰੱਖੇ, ਜੇ ਤੂੰ ਮੇਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰੇ,
ਜੇ ਤੁਸੀਂ ਮੇਰੇ ਸਾਰੇ ਕੰਮਾਂ ਨੂੰ ਪੂਰਾ ਕਰੋਗੇ ਤਾਂ ਫਿਰ ਮੈਂ ਤੁਹਾਨੂੰ ਸਭ ਕਾਸੇ ਦਾ ਦਸਵਾਂਸ ਅਰਪਣ ਕਰਾਂਗਾ। ਹਾਲੇਲੂਇਆ, ਹਾਲੇਲੂਇਆ। ਕੀ ਪਰਮੇਸ਼ਰ ਨੇ ਯਾਕੂਬ ਦੀਆਂ ਲੋੜਾਂ ਨੂੰ ਪੂਰਾ ਨਹੀਂ ਕੀਤਾ? ਕੀ ਪਰਮੇਸ਼ਰ ਨੇ ਯਾਕੂਬ ਦੀ ਹਰੇਕ ਇੱਛਾ ਨੂੰ ਪੂਰਾ ਨਹੀਂ ਕੀਤਾ? ਤਾਂ ਹੀ ਯਾਕੂਬ ਨੇ ਧਰਤੀ ਦਾ ਸਾਰਾ ਦਸਵੰਧ ਪਰਮੇਸ਼ਰ ਨੂੰ ਅਰਪਣ ਕੀਤਾ ਸੀ। ਕਿ ਉਹੀ ਪਰਮੇਸ਼ਰ ਅੱਜ ਤੁਹਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ? ਉਹੀ ਪਰਮੇਸ਼ਰ ਅੱਜ ਤੁਹਾਡੇ ਸਰੀਰਾਂ ਨੂੰ ਬਲੈਸ ਨਹੀਂ ਕਰਦੇ? ਜੇ ਤੁਸੀਂ ਚਾਹੁੰਦੇ ਹੋ ਤਾਂ ਬਲੈਸਿੰਗ ਲੈਣਾ ਤਾਂ ਫਿਰ ਆਪਣੀ ਜੀਭ ਤੇ ਕੰਟਰੋਲ ਕਰਨਾ ਬੰਦ ਕਰ ਦਿਓ, ਆਪਣੀ ਸੋਚ ਨੂੰ ਬੰਦ ਕਰ ਦਿਓ ਪਰਮੇਸ਼ਰ ਦੇ ਘਰਾਣੇ ਦੇ ਵਿੱਚ। ਆਪਣੇ ਹੱਥ ਨੂੰ ਖੁੱਲਾ ਰੱਖ ਕੇ ਬੈਠਿਓ ਪਰਮੇਸ਼ਰ ਦੇ ਘਰਾਣੇ ਦੇ ਵਿੱਚ। ਜੇ ਤੁਸੀਂ ਮੁੱਠੀ ਬੰਦ ਕਰ ਲਈ ਤੇ ਰੱਬ ਦੇ ਅੱਗੇ ਨਾ ਖੋਲੀ ਤਾਂ ਇਹ ਕਦੇ ਖੁੱਲਣ ਵਾਲੀ ਨਹੀਂ ਹੈ। ਇਹ ਬੰਦ ਹੀ ਰਹੂਗੀ ਰੱਬ ਦੇ ਘਰੇ, ਆਪਣੇ ਘਰੇ ਵੀ ਤੇ ਰੱਬ ਦੇ ਘਰੇ। ਹਾਲੇਲੂਇਆ। ਸੋ ਮੇਰੇ ਭੈਣੋ ਤੇ ਭਰਾਵੋ, ਅੱਜ ਦਾ ਜਿਹੜਾ ਵਚਨ ਸੀ, ਪਰਮੇਸ਼ਰ ਕਹਿੰਦਾ ਹੈ ਕਿ ਤੈਨੂੰ ਮੈਂ ਵੰਡਣ ਵਾਲਾ ਬਣਾਇਆ, ਤੈਨੂੰ ਆਪਣੇ ਸਰੂਪ ਤੇ ਬਣਾਇਆ, ਔਰ ਤੂੰ ਹਮੇਸ਼ਾ ਵੰਡਣ ਵਾਲਾ ਹੀ ਰਹਿ, ਮੰਗਣ ਵਾਲਾ ਨਾ ਰਹਿ। ਸਾਡੇ ਯਿਸੂ ਨੂੰ ਅਸੀਂ ਕੀ ਕਹਿੰਦੇ ਕਿ ਤੂੰ ਰਾਜਾ ਦਾ ਰਾਜਾ। ਹੁਣ ਜੇ ਉਹਦੇ ਬੱਚੇ ਭਿਖਾਰੀ ਨੇ ਤਾਂ ਉਹ ਆਪਣੀ ਗਲਤੀਆਂ ਦੇ ਕਾਰਨ ਭਿਖਾਰੀ ਨੇ, ਨਹੀਂ ਰਾਜੇ ਦੇ ਬੱਚੇ ਰਾਜੇ ਹੀ ਰਹਿੰਦੇ ਨੇ। ਕੀ ਰਹਿੰਦੇ ਨੇ? ਰਾਜੇ ਦੇ ਬੱਚੇ। ਕੀ ਤੁਸੀਂ ਰਾਜੇ ਬਣਨਾ ਚਾਹੁੰਦੇ ਹੋ? 5 ਹੱਥ ਨੇ ਜਿਹੜੇ ਬਣਨਾ ਚਾਹੁੰਦੇ ਨੇ, ਬਾਕੀ ਤਾਂ ਕਹਿੰਦੇ ਭਿਖਾਰੀ ਠੀਕ ਆ, ਬਸ ਭਿਖਾਰੀ ਹੈ, ਬਣਦਾ ਤਾਂ ਹੈ ਨਹੀਂ ਕੁਝ, ਪੈਸਾ ਤਾਂ ਆਉਂਦਾ ਨਹੀਂ। ਉਹ ਆਊਗਾ ਕਿੱਥੋਂ? ਕਿਉਂਕਿ ਸੋਚ ਤੁਹਾਡੀ ਜ਼ੀਰੋ ਤੇ ਖੜੀ ਹੈ। ਜਿੰਨਾ ਚਿਰ ਚੀਜ਼ ਪੈ ਕੇ ਨਹੀਂ ਨਾ ਜਾਂਦਾ ਇੱਥੋਂ ਕੋਈ ਵੀ ਧਨ, ਉਹਨਾਂ ਚਿਰ ਫਲਵੰਤ ਹੋ ਕੇ ਨਹੀਂ ਆਉਂਦਾ। ਇੱਕ ਦਿਨ ਮੈਂ ਪਾਸਟਰ ਨੂੰ ਮਿਲਣ ਗਿਆ ਸੀ। ਮੈਂ ਹਰ ਵਾਰੀ ਦੱਸਦਾ ਮੇਰੀ ਜੇਬ 'ਚ 2000 ਰੁਪਇਆ ਸੀ। ਪਾਸਟਰ ਨੇ ਮੇਰੇ ਨਾਲ ਸੀ, ਬੱਚੇ ਮੇਰੇ ਨਾਲ ਸੀ। ਆਤਮਾ ਕਹਿੰਦੀ ਸੀ ਵੀ ਤੂੰ 2000 ਹੀ ਬੀਜ ਦੇ, ਕੁਛ ਨਹੀਂ ਹੁੰਦਾ। ਮਨ ਕਹਿੰਦਾ ਨਾ, ਗੱਡੀ ਤੇਰੇ ਕੋਲ ਹੈ, ਕੁਛ 19 ਕੀ ਹੋਗੀ, ਫੇਰ ਕਿਹਨੂੰ ਫੜੇਗਾ? ਮੈਂ ਮਨ ਦੀ ਆਵਾਜ਼ ਨਹੀਂ ਪੂਰੀ ਕੀਤੀ, ਮੈਨੇ ਆਤਮਾ ਦੀ ਆਵਾਜ਼ ਪੂਰੀ ਕੀਤੀ। ਮੈਨੇ ਕੱਢਿਆ 2000 ਦਾ ਨੋਟ, ਰੱਬ ਦੇ ਦਾਸ ਨੂੰ ਅਰਪਣ ਕੀਤਾ। ਲਓ ਜੀ, ਕਰੋ ਪ੍ਰਾਰਥਨਾ। ਹਾਲੇਲੂਇਆ। ਉਹਨੇ ਵੀ ਉਹਦੀ ਪ੍ਰਾਰਥਨਾ ਕਰਤੀ। ਕਹਿੰਦਾ ਛੇਤੀ ਪਰਮੇਸ਼ਰ ਤੈਨੂੰ ਫੋਰਨ ਕੰਟਰੀ ਦੇ ਵਿੱਚ ਬੁਲਾ ਰਿਹਾ, ਉਹ ਤੁਹਾਡਾ ਦਾਸ ਅਗਲੇ ਮਹੀਨੇ ਪਹੁੰਚ ਗਿਆ ਉੱਥੇ। ਹਾਲੇਲੂਇਆ, ਮਲੇਸ਼ੀਆ ਦੇ ਵਿੱਚ। ਹਾਲੇਲੂਇਆ। ਜਦੋਂ ਤੱਕ ਅਸੀਂ ਕੁਝ ਅਰਪਣ ਨਹੀਂ ਕਰਦੇ ਜਿਹਦੇ ਉੱਤੇ ਸਾਨੂੰ ਮਾਣ ਹੈ, ਉਦੋਂ ਤੱਕ ਕੋਈ ਰਾਸਤਾ ਨਹੀਂ ਖੁੱਲਦਾ। ਮੇਰੀ ਗੱਲ ਨੂੰ ਯਾਦ ਰੱਖਿਓ। ਸਾਰੇ ਦਰਵਾਜ਼ੇ ਸਾਡੇ ਦਸਵਾਂਸ ਤੇ ਸਾਡੀਆਂ ਭੇਟਾਂ ਦੇ ਉੱਤੇ ਖੜੇ ਨੇ। ਜਦੋਂ ਤੱਕ ਅਸੀਂ ਆਪਣਾ ਦਸਵਾਂਸ ਤੇ ਭੇਟਾ ਰੱਬ ਅੱਗੇ ਅਰਪਣ ਨਹੀਂ ਕਰਦੇ, ਉਦੋਂ ਤੱਕ ਸਾਨੂੰ ਦੂਜਾ ਧਨ ਕਦੇ ਵੀ ਮਿਲ ਨਹੀਂ ਸਕਦਾ, ਜਿਹੜਾ ਸੰਸਾਰਿਕ ਧਨ ਤੋਂ ਵੱਡਾ ਧਨ ਹੈ। ਹਾਲੇਲੂਇਆ। ਜੇ ਸੰਸਾਰਿਕ ਧਨ ਤੋਂ ਵੱਡਾ ਧਨ ਖਰੀਦਣਾ, ਫਿਰ ਸਾਨੂੰ ਸੰਸਾਰਿਕ ਧਨ ਦੇ ਉੱਤੇ ਆਸ ਨਹੀਂ ਰੱਖਣੀ ਪੈਣੀ। ਕੀ ਵੱਡਾ? ਇੱਕੋ ਵੱਡਾ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ। ਕੌਣ ਵੱਡਾ ਹੈ? ਜਿਹੜਾ ਸਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਹਾਲੇਲੂਇਆ। ਆਓ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਆਪਾਂ ਸਭ ਦਾ। ਜਿੰਨੇ ਵੀ ਸਾਨੂੰ ਆਨਲਾਈਨ ਦੇਖ ਰਹੇ ਨੇ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਮੇਰੇ ਪਿਤਾ, ਮੇਰੇ ਪਰਮੇਸ਼ਰ ਜੀ, ਮੈਂ ਦੁਆ ਪ੍ਰਾਰਥਨਾ ਕਰਦਾ ਹਾਂ ਜਿੰਨੇ ਵੀ ਇਸ ਟਾਈਮ ਮੈਨੂੰ ਦੇਖ ਰਹੇ ਨੇ ਪ੍ਰਭੂ ਜੀ, ਉਹਨਾਂ ਦੇ ਜੀਵਨ ਆਤਮਾ ਤੇ ਪ੍ਰਾਰਥਨਾ ਵਾਲੇ ਹੋ ਜਾਣ ਤੇ ਉਹ ਦਸਵਾਂਸ ਕੱਢਣ ਵਾਲੇ ਹੋ ਜਾਣ। ਆਪਣੇ ਸਰੀਰ ਦਾ ਵੀ ਤੇ ਮਾਲ ਡੰਗਰ ਪਸ਼ੂਆਂ ਦਾ ਵੀ ਤੇ ਧਰਤੀ ਉੱਤੇ ਹਰੇਕ ਚੀਜ਼ ਦਾ ਦਸਵਾਂਸ ਉਹ ਪਰਮੇਸ਼ਰ ਨੂੰ ਅਰਪਣ ਕਰਨ ਵਾਲੇ ਹੋ ਜਾਣ। ਪਿਤਾ ਮੇਰੇ ਪਰਮੇਸ਼ਰ, ਤੁਸੀਂ ਆਓ ਆਪਣੇ ਬੱਚਿਆਂ ਦੀ ਅਗਵਾਈ ਕਰੋ, ਯਿਸੂ ਨਾਸਰੀ ਦੇ ਨਾਮ ਦੇ ਵਿੱਚ ਇਹਨੂੰ ਬਲੈਸ ਕਰੋ। ਆਮੇਨ, ਆਮੇਨ। ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈਮਸੀ।